बस मेरा मेरा घर ਦਾ ਠੀਕ ਹੋਵੇ ਸਿਸਟਮ ਤੇ ਬਾਕੀ ਯੂ نو ਜੋ ਮਰਜ਼ੀ ਹੋਈ ਜਾਵੇ ਹੀ ਇਜ਼ ਦ ਕਾਈਂਡ ਆਫ ਪਰਸਨ ਕਿ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਜਿੱਥੇ ਕੋਈ ਅਗਰ ਕੁਝ ਹੋ ਰਿਹਾ ਹੈ ਤੇ ਮੈਂ ਉੱਥੇ ਜਾ ਕੇ ਕੋਸ਼ਿਸ਼ ਕਰਾਂ ਉੱਥੇ ਹੈਲਪ ਕਰਨ ਦੀ। ਤੁਸੀਂ ਘਰੋਂ ਸੌਖੇ ਹੋ, ਸਾਰਾ ਕੁਝ ਠੀਕ ਆ, ਜਿਵੇਂ ਉਹਨਾਂ ਦੇ ਬੱਚੇ ਤੁਸੀਂ ਸਾਰੇ ਸੈੱਟ ਹੋ, ਸਾਰਾ ਕੁਝ ਠੀਕ ਆ। ਜਦੋਂ ਇਹ ਗੱਲ ਕਰੇ ਤੁਹਾਡੇ ਪਰਿਵਾਰ 'ਚ ਡਿਸਕਸ ਨਹੀਂ ਹੋਈ ਜਾਂ ਤੁਸੀਂ ਨਹੀਂ ਕਿਹਾ ਵੀ ਪਾਪਾ ਆਪਾਂ ਕੀ ਲੈਣਾ? ਪਰਿਵਾਰ ਸੈਟਲ ਇੱਕ ਇਹ ਹਮੇਸ਼ਾ ਤੁਸੀਂ ਸੈਟਲ ਹੋ ਰਹੇ ਹੁੰਦੇ ਹੋ, ਠੀਕ ਹੈ। ਇਹ ਚੀਜ਼ਾਂ ਤਾਂ ਕਦੀ ਵੀ ਨਹੀਂ ਖਤਮ ਹੋਣੀਆਂ। ਯੋਰ ਰਿਸਪੌਂਸਿਬਿਲਿਟੀਜ਼ ਟੁਵਰਡਸ ਯਰ ਹਾਊਸ, ਜਦੋਂ ਤੱਕ ਤੁਸੀਂ ਸ਼ਾਇਦ ਮਰਦੇ ਨਹੀਂ ਕਿ ਤੁਸੀਂ ਉਸੇ ਚੀਜ਼ ਵੱਲ ਦੇ ਜਾ ਸਕਦੇ ਹੋ ਤੇ ਘਰ ਦੇ ਲਈ ਜਾ ਸਕਦੇ ਨੇ, ਠੀਕ ਹੈ। ਇਹ ਇੱਕ ਉਹਨਾਂ ਨੇ ਸਾਨੂੰ ਪੁਸ਼ ਕੀਤਾ ਕਿ ਮੈਂ ਵੀ ਇੱਕ ਹੋਰ ਇੱਕ ਇੰਡੀਵਿਜੂਅਲ ਤੌਰ ਤੇ ਵੀ ਇੱਕ ਲੜਾਈ ਲੜ ਸਕਦਾ ਹਾਂ, ਤੁਸੀਂ ਵੀ ਲੜੋ। ਹੁਣ ਜਦੋਂ ਇਹ ਚੀਜ਼ ਆਈ ਆ 6 ਮਹੀਨਿਆਂ ਦੀ ਸਜ਼ਾ ਜਾਂ ਇਹ ਚੀਜ਼ ਆਈ ਆ ਤੇ ਉਹਦੇ ਵਿੱਚ ਇੱਕ ਖਾਸ ਜਿਹੜਾ ਪਹਿਲੂ ਨਿਕਲ ਕੇ ਸਾਹਮਣੇ ਆਇਆ ਹੈਗਾ ਵੀ ਮੈਂ ਕੋਈ ਬੇਲ ਨਹੀਂ ਲੈਣੀ, ਮੈਂ ਕੋਈ ਇਦਾਂ ਦਾ ਨਹੀਂ, ਇਹਦੇ ਪਿੱਛੇ ਦਾ ਥਾਟ ਪ੍ਰੋਸੈਸ ਕਿਵੇਂ ਹੈ? ਉਹਨਾਂ ਨੇ ਜੈਨੂਇਨਲੀ ਇੱਕ ਬੜੇ ਜੈਨੂਇਨ ਕਾਜ਼ ਤੇ ਗੱਲ ਕੀਤੀ ਹੈਗੀ ਹੈ। ਡਰੱਗਸ ਦਾ ਮਾਮਲਾ ਹੈ, ਉਹਨਾਂ ਨੇ ਉਹਦੇ ਰਿਪੋਰਟਸ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਖੋਲਿਆ ਕਿਉਂ ਨਹੀਂ ਗਿਆ ਐਂਡ ਉਹ ਇੰਨੀ ਅਗਰੈਸ਼ਨ ਨਾਲ ਕਿਉਂ ਗਿਆ, ਬਿਕਾਜ਼ ਉਹ 5 ਸਾਲਾਂ ਤੋਂ ਅਪੈਰੈਂਟਲੀ ਉਹ ਰਿਪੋਰਟਸ ਖੋਲ ਕੇ ਸੀਲ ਕੀਤੀਆਂ ਗਈਆਂ ਸੀਗੀਆਂ ਤੇ ਉਹ ਚੀਜ਼ ਜਿਹੜੀ ਡਰੱਗਸ ਦਾ ਜੋ ਇਸ਼ੂ ਹੈਗਾ ਉਹ ਇੱਕ ਬੜੇ ਸੀਰੀਅਸ ਲੈਵਲ ਤੇ ਪੰਜਾਬ ਨੂੰ ਖਾ ਰਿਹਾ ਹੈ। ਕਿ ਉਹ ਬੇਲ ਕਿਉਂ ਨਹੀਂ ਲੈ ਰਹੇ, ਬਿਕਾਜ਼ ਇਹ ਕੋਈ ਗੱਲ ਬੇਲ ਕੀਤਾ ਕੀ ਹੈ, ਯੂ نو ਵਾਟ ਹੈਵ ਯੂ ਡਨ? ਆਈ ਮੀਨ ਹੀ ਇਜ਼ ਟਾਕਿੰਗ ਅਬਾਊਟ ਅ ਪਬਲਿਕ ਇਸ਼ੂ, ਠੀਕ ਹੈ। ਬੇਲ ਲੈ ਕੇ ਉਹਦੇ ਹੋ ਗਿਆ ਨਾ ਕਿ ਮੈਂ ਆਪਦੇ ਆਪ ਨੂੰ ਬਚਾਉਣਾ ਹੈ। ਜਿਨ੍ਹਾਂ ਨੇ ਸਜ਼ਾ ਦਿੱਤੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਵਾਈ ਇਜ਼ ਹੀ ਸੇਇੰਗ ਆਲ ਦਿਸ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੈ, ਠੀਕ ਹੈ। ਜਦੋਂ ਤੁਹਾਨੂੰ ਇੰਨਾ ਕੁਝ ਮਿਲ ਰਿਹਾ ਹੈ ਕਿ ਵੀ ਇੱਥੇ ਆ ਹੋ ਰਿਹਾ, ਇੱਥੇ ਆ ਹੋ ਰਿਹਾ, ਇੱਥੇ ਆ ਹੋ ਰਿਹਾ, ਤੇ ਜਿੱਥੇ ਆਨਸਰਸ ਮਿਲਨੇ ਨੇ ਉੱਥੇ ਜਵਾਬ, ਉੱਥੇ ਦਰਵਾਜ਼ੇ ਬੰਦ ਨੇ, ਤਾਂ ਫਿਰ ਕੀ ਹੋਊਗਾ ਦੱਸੋ? ਆਪਣੇ ਟਾਈਮ ਨਾਲ ਹਰ ਕਿਸੇ ਨੂੰ ਮੌਕਾ ਮਿਲੂਗਾ ਇਸ ਲੜਾਈ ਵਿੱਚ ਪਾਰਟ ਲੈਣ ਦਾ। ਸੋ ਇਹ ਕਿਉਂਕਿ ਦਿਸ ਇਜ਼ ਨਾਟ ਅ ਸ਼ਾਰਟ ਟਰਮ ਲੜਾਈ, ਦਿਸ ਇਜ਼ ਅ ਲੌਂਗ ਟਰਮ ਲੜਾਈ। ਤੁਸੀਂ ਅੱਗੇ ਕੀ ਸੋਚਿਆ? ਤੁਸੀਂ ਇਸ ਲੜਾਈ ਨੂੰ ਜਿੰਨਾ ਟਾਈਮ ਸੇਖੋ ਸਾਹਿਬ ਅੰਦਰ ਨੇ, ਤੁਸੀਂ ਇਹਨੂੰ ਚਲਾਓਗੇ ਇੱਥੋਂ ਪੰਜਾਬ ਤੋਂ, ਕਿਵੇਂ ਕੋਈ ਪਲਾਨ ਤੁਸੀਂ ਸੋਚਿਆ? ਇਟਸ ਵੈਰੀ ਆਰਗੈਨਿਕ ਜੀ, ਦਿਸ ਇਜ਼ ਕੁਝ ਵੀ ਪਲਾਨਡ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਇੱਕ ਹੋਰ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੇ ਵਿੱਚ ਜੇ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ, ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਗਾ। ਹਾਲਾਂਕਿ ਇਹ ਵਾਲੀ ਸਰਕਾਰ ਦਾ ਨਹੀਂ, ਪਿਛਲੀਆਂ ਸਰਕਾਰਾਂ ਨੂੰ ਲੈ ਕੇ, ਪਰ ਜਿੱਥੇ ਇੱਕ ਗੱਲ ਆਉਂਦੀ ਆ ਵੀ ਸੀਲਬੰਦ ਲਿਫਾਫੇ ਨੂੰ ਖੋਲ੍ਹਣ ਦੀ, ਉਹ ਰਿਪੋਰਟ ਨੂੰ ਖੋਲ੍ਹਣ ਦੀ, ਉੱਥੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਚੁੱਪੀ ਵੱਟ ਜਾਂਦੀਆਂ ਗਈਆਂ। ਜੇ ਮੁੱਦੇ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਪੋਲੀਟੀਕਲ ਤੇ ਨਾਨ ਪੋਲੀਟੀਕਲ ਲੋਕ, ਰਾਜਨੀਤਿਕ ਲੋਕ ਤੇ ਜਿਹੜੇ ਨਹੀਂ ਰਾਜਨੀਤੀ ਨਾਲ ਸੰਬੰਧ ਰੱਖਦੇ, ਉਹ ਆਏ ਬਗਾਏ ਇਹ ਮੁੱਦਾ ਚੱਕਦੇ ਰਹਿੰਦੇ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਸਾਬਕਾ ਡੀਐਸਪੀ ਸੇਖੋਂ। ਪਿਛਲੇ ਦਿਨੀ ਜੋ ਹੋਇਆ ਸਾਰਿਆਂ ਨੇ ਦੇਖਿਆ ਗਾ, 6 ਮਹੀਨਿਆਂ ਦੀ ਉਹਨਾਂ ਨੂੰ ਸਜ਼ਾ ਹੋਈ ਆ, 2000 ਰੁਪਇਆ ਜੁਰਮਾਨਾ ਹੋਇਆ ਗਾ। ਪਰ ਉਸ ਤੋਂ ਬਾਅਦ ਜਿਹੜੀ ਹੁਣ ਇੱਕ ਜੰਗ ਆ ਪਰਿਵਾਰ ਦੇ ਤੌਰ ਤੇ, ਜਿਹੜਾ ਇੱਕ ਪਰਿਵਾਰ ਜੰਗ ਲੜਦਾ ਗਾ ਉਹ ਵੀ ਆ, ਪਰ ਇੱਕ ਪਾਸੇ ਜਿਹੜੀ ਪੰਜਾਬ ਦੀ ਜੰਗ ਆ ਉਸ ਨੂੰ ਕਿਵੇਂ ਸੇਖੋਂ ਸਾਹਿਬ ਦਾ ਪਰਿਵਾਰ ਦੇਖ ਰਿਹਾ ਹੈਗਾ ਤੇ ਉਹ ਪਰਿਵਾਰ ਪੰਜਾਬ ਨੂੰ ਕੀ ਕਹਿ ਰਿਹਾ ਹੈਗਾ, ਇਹ ਨਬਜ਼ ਫੜਨ ਦੀ ਕੋਸ਼ਿਸ਼ ਕਰਦੇ ਆ। ਸੇਖੋਂ ਸਾਹਿਬ ਦੀ ਬੇਟੀ ਸਾਡੇ ਨਾਲ ਇਸ ਖਾਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸ਼ੁਭਰੀਤ ਜੀ, ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੋਊਗਾ, ਜੋ ਕੁਛ ਸੇਖੋਂ ਸਾਹਿਬ ਨੇ ਮੁੱਦੇ ਉਠਾਏ ਆ ਉਹ ਸਾਰੇ ਪੰਜਾਬ ਨੇ ਦੇਖੇ ਆ, ਜੋ ਕੁਛ ਹੁਣ ਉਹਨਾਂ ਨਾਲ ਹੋ ਰਿਹਾ ਉਹ ਵੀ ਸਾਰਾ ਪੰਜਾਬ ਦੇਖ ਰਿਹਾ। ਪਰ ਹੁਣ ਤੁਸੀਂ ਬਾਹਰੋਂ ਆਏ ਹੋ ਇੱਥੇ ਚੱਲ ਕੇ, ਠੀਕ ਹੈ, ਤੁਹਾਡੀ ਇੱਕ ਪਿਤਾ ਦੇ ਨਾਲ ਉਹੋ ਜਿਹੀ ਅਟੈਚਮੈਂਟ ਵੀ ਆ, ਪਰ ਤੁਸੀਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਵੀ ਹੋਵੋਗੇ, ਜਦੋਂ ਉਹ ਡਿਊਟੀ ਕਰਦੇ ਸੀ ਉਦੋਂ ਵੀ ਤੇ ਜਦੋਂ ਹੁਣ ਉਹ ਐਕਸ ਡਿਊਟੀਮੈਨ ਹੋ ਗਏ। ਤੁਸੀਂ ਕਿਵੇਂ ਦੇਖਦੇ ਹੋ, ਕੀ ਸਮਝ ਰੱਖਦੇ ਹੋ ਤੁਸੀਂ ਇਹ ਸਾਰੇ ਮੁੱਦਿਆਂ ਦੀ, ਜਾਂ ਤੁਹਾਨੂੰ ਕੀ ਲੱਗਦਾ ਗਾ? ਮੇਰੇ ਪਾਪਾ ਇੱਕ ਡਿਫਰੈਂਟ ਯੂਨੀਕ ਇਨਸਾਨ ਹੈ। ਇਹ ਹਮੇਸ਼ਾ ਤੋਂ ਸਾਡੇ ਜਦੋਂ ਅਸੀਂ ਛੋਟੇ ਉਹਨਾਂ ਦੇ ਨਾਲ, ਜਿਵੇਂ ਉਹਨਾਂ ਨੇ ਸਾਨੂੰ ਪਾਲਿਆ, ਇੱਕ ਹਮੇਸ਼ਾ ਇੱਕ ਡਿਫਰੈਂਟ ਸੋਚ ਨਾਲ ਪਾਲਿਆ, ਠੀਕ ਹੈ। ਉਹਨਾਂ ਨੇ ਹਮੇਸ਼ਾ ਸਾਨੂੰ ਫਰੀडम, ਹਮੇਸ਼ਾ ਸਾਨੂੰ ਆਪਦੇ ਕੰਪੈਲ ਕੀਤਾ ਆਪਦੇ ਵਾਸਤੇ ਸੋਚਣ ਵਾਸਤੇ, ਚੰਗਾ ਮਾੜਾ ਆਪਦੀ ਡਿਸੀਜਨਸ 'ਤੇ ਹਮੇਸ਼ਾ ਸਾਨੂੰ ਗਾਈਡ ਕੀਤਾ। ਅਤੇ ਉਹ ਬੰਦੇ ਨੇ ਕਦੀ ਵੀ ਸਾਨੂੰ ਇਹ ਸਿਸਟਮ ਵਿੱਚ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਸਾਨੂੰ ਟੌਪ ਤੋਂ ਟੌਪ ਐਜੂਕੇਸ਼ਨ ਦਿੱਤੀ ਹੈ, ਠੀਕ ਹੈ। ਜੋ ਚੀਜ਼ਾਂ ਉਹ ਉਹਨਾਂ ਦੇ ਨਸੀਬ 'ਚ ਨਹੀਂ ਗਿਆ, ਉਹਨਾਂ ਨੇ ਕਿਹਾ ਕਿ ਮੇਰੇ ਬੱਚਿਆਂ ਕੋਲ ਹੋਣ, ਤਾਂ ਕਿ ਅਸੀਂ ਵੀ ਉਹਨਾਂ ਨੇ ਸਾਡੇ ਵਿੱਚ ਇਨਵੈਸਟ ਕਰਕੇ, ਤਾਂ ਕਿ ਅਸੀਂ ਸ਼ਾਇਦ ਉਹਨਾਂ ਦੀ ਆਵਾਜ਼ ਬਣੀਏ। ਉਹਨਾਂ ਦੀ ਆਵਾਜ਼ ਮਤਲਬ ਕਿ ਉਹਨਾਂ ਦੇ ਜੋ ਉਹਨਾਂ ਦੀਆਂ ਭਾਵਨਾਵਾਂ ਨੇ, ਉਹਨਾਂ ਨੂੰ ਅਸੀਂ ਕਿਤੇ ਅੱਗੇ ਜਾ ਕੇ ਫਿਊਚਰ ਵਿੱਚ ਉਹਨਾਂ ਦੀ ਹੈਲਪ ਕਰੀਏ। ਸੋ ਇਹ ਜੋ ਮੁੱਦੇ ਪਾਪਾ ਨੇ ਚੁੱਕੇ ਹੈਗੇ ਨੇ, ਇੱਕ ਉਹਨਾਂ ਦੇ ਜੋ ਨੌਕਰੀ ਉਹਨਾਂ ਦੀ ਜੋ ਚੱਲ ਰਹੀ ਹੈਗੀ, ਬਹੁਤ ਸਾਲਾਂ ਤੋਂ ਚੱਲ ਰਹੀ ਸੀਗੀ ਪੁਲਿਸ ਦੀ ਨੌਕਰੀ, ਉਹਦੇ ਵਿੱਚ ਉਹ
ਕਾਫੀ ਚੀਜ਼ਾਂ ਉਹਨਾਂ ਨੇ ਦੇਖੀਆਂ, ਠੀਕ ਹੈ। ਉਹਨਾਂ ਨੇ ਕਿੰਨੇ ਸਾਲ ਇੱਕ ਸਿਸਟਮ ਨੂੰ ਬੜੀ ਕਲੋਜ਼ਲੀ ਅਬਜ਼ਰਵ ਕੀਤਾ ਤੇ ਉਹ ਇੱਕ ਲਾਈਫ ਉਦੋਂ ਇੱਕ ਉਹਨਾਂ ਦੀ ਡਿਊਟੀਜ਼ ਇੱਕ ਫੈਮਿਲੀ ਨਾਲ ਜ਼ਿਆਦਾ ਸੀਗੀਆਂ। ਅਸੀਂ ਛੋਟੇ ਸੀਗੇ, ਠੀਕ ਹੈ। ਹੋਰ ਉਹ ਇੱਕ ਡਿਫਰੈਂਟ ਦੌਰ 'ਚ ਸੀ ਆਪਦੇ, ਜਿੱਥੇ ਉਹ ਇੱਕ ਸਟਰਗਲ ਐਜ਼ ਅ ਕਾਮਨ ਜੌਬ ਵਾਲਾ ਬੰਦਾ ਜੋ ਕਿ ਆਪਦੀ ਸਿਰਫ ਘਰ ਦਾ ਸਿਸਟਮ ਦੇਖਣਾ ਚਾਹ ਰਿਹਾ, ਠੀਕ ਹੈ। ਐਜ਼ ਵੀ ਸਟਾਰਟ ਅਸੀਂ ਆਪਦੀ ਲਾਈਫ ਨੂੰ ਮੂਵ ਔਨ ਹੁੰਦੇ ਹਾਂ, ਅਸੀਂ ਵੱਡੇ ਹੁੰਦੇ ਹਾਂ, ਠੀਕ ਹੈ। ਉਹ ਵੀ ਦੇਖਦੇ ਨੇ ਕਿ ਮੇਰਾ ਇੱਕ ਸ਼ਾਇਦ ਇਸ ਤੋਂ ਵੱਡਾ ਪਰਪਸ ਵੀ ਹੋ ਸਕਦਾ ਹੈ ਕਿ ਮੈਂ ਕਿਸੇ ਹੋਰ ਲੈਵਲ ਤੇ ਵੀ ਸਰਵ ਕਰ ਸਕਦਾ ਹਾਂ, ਸਿਰਫ ਆਪਦੇ ਘਰਦਿਆਂ ਨੂੰ ਨਹੀਂ। ਇੱਕ ਹੋਰ ਪਰਿਵਾਰ ਵੀ ਹੈਗਾ ਇਹ ਤੇ ਹੋਰ ਵੀ ਪ੍ਰੋਬਲਮਸ ਹੋ ਰਹੀਆਂ ਨੇ, ਠੀਕ ਹੈ, ਜਿਹੜੀ ਸਿਰਫ ਮੇਰੇ ਪਰਿਵਾਰ ਨਾਲ ਰਿਲੇਟਡ ਨਹੀਂ ਹੈਗੀਆਂ। ਤੇ ਹੀ ਇਜ਼ ਦ ਕਾਈਂਡ ਆਫ ਮੈਨ ਜਿਹੜਾ ਕਿ ਉਹਨੂੰ ਇਹ ਨਹੀਂ ਕਿ ਬਸ ਮੇਰਾ ਘਰ ਦਾ ਠੀਕ ਹੋਵੇ ਸਿਸਟਮ ਤੇ ਬਾਕੀ ਕਿੱਥੇ ਜੋ ਮਰਜ਼ੀ ਹੋਈ ਜਾਵੇ। ਹੀ ਇਜ਼ ਦ ਕਾਈਂਡ ਆਫ ਪਰਸਨ ਕਿ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਜਿੱਥੇ ਕੋਈ ਅਗਰ ਕੁਝ ਹੋ ਰਿਹਾ ਹੈ ਤੇ ਮੈਂ ਉੱਥੇ ਜਾ ਕੇ ਕੋਸ਼ਿਸ਼ ਕਰਾਂ ਉੱਥੇ ਹੈਲਪ ਕਰਨ ਦੀ। ਤੇ ਜੇ ਘਰ ਦਾ ਸਿਸਟਮ ਠੀਕ ਹੈ ਤਾਂ he went and he did what he could to help other people and help the causes ਜਿਹੜੇ ਕਿ ਬਹੁਤ ਡੀਪਲੀ ਇਸ ਟਾਈਮ ਆਪਣੇ ਪੰਜਾਬ ਵਿੱਚ ਲੋਕ ਉਸ ਚੀਜ਼ਾਂ ਤੋਂ ਸਫਰ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜੋ ਮੁੱਦੇ ਉਹਨਾਂ ਨੇ ਚੁੱਕੇ ਬੜੇ ਜੈਨੂਇਨ ਮੁੱਦੇ ਨੇ, ਜਿਨ੍ਹਾਂ ਤੇ ਮੈਨੂੰ ਇੱਕ ਓਪਰਚੁਨਿਟੀ ਮਿਲੀ ਹੈ ਬੀਇੰਗ ਹਿਜ਼ ਡਾਟਰ ਟੂ ਰੈਪਰੈਜ਼ੈਂਟ ਹਿਮ ਕਿ ਮੈਂ ਵੀ ਇਸ ਬੰਦੇ ਇਸ ਘਰ ਦਾ ਪ੍ਰੋਡਕਟ ਹੈਗੀ ਹੈ, ਉਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਤੇ ਜੋ ਗੱਲਾਂ ਕਰ ਰਹੇ ਨੇ, ਜੋ ਉਹ ਮੁੱਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਏ ਨੇ, ਉਹ ਇੱਕ ਬਹੁਤ ਡੀਪਲੀ ਲੋਕ ਉਸ ਚੀਜ਼ ਨਾਲ ਡਿਫਿਕਲਟ ਤਰੀਕੇ ਨਾਲ ਸਫਰ ਕਰ ਰਹੇ ਨੇ। ਜੋ ਡਰੱਗਸ ਦਾ ਸਪੈਸ਼ਲੀ ਜੋ ਹੈਗਾ ਮੁੱਦਾ ਜੋ ਕਿ ਪਾਪਾ ਨੇ ਪਿਛਲੇ ਥੋੜ੍ਹੇ ਮਹੀਨਿਆਂ ਤੋਂ ਚੁੱਕਿਆ ਹੋਇਆ। ਸੋ ਇਹ ਬੜੇ ਜੈਨੂਇਨ ਮੁੱਦੇ ਨੇ ਤੇ ਮੈਨੂੰ ਵੀ ਮੌਕਾ ਮਿਲ ਰਿਹਾ ਵਾਪਸ ਆ ਕੇ ਬਾਹਰੋਂ ਦੇਖਣ ਦਾ ਕਿ ਇਹ ਪੰਜਾਬ ਵਿੱਚ ਕੀ ਚੱਲ ਰਿਹਾ ਹੈ। ਇਹ ਪੰਜਾਬ ਵਿੱਚ ਜਿਹੜੇ ਮੇਰੇ ਨਾਲ ਦੇ ਜੋ ਇੱਥੇ ਯੂਥ ਹੈਗੀ ਹੈ, ਠੀਕ ਹੈ, ਅਸੀਂ ਲੱਕੀ ਰਹੇ ਹਾਂ, ਅਸੀਂ ਪ੍ਰੋਟੈਕਟਡ ਰਹੇ ਹਾਂ, ਸਾਨੂੰ ਡੈਡ ਨੇ ਉਹ ਚੀਜ਼ਾਂ ਤੋਂ ਅਸੀਂ ਦੂਰ ਰੱਖਿਆ, ਠੀਕ ਹੈ। ਪਰ ਉਹ ਚੀਜ਼ਾਂ ਦੇ ਵਿੱਚ ਵਿਚਰ ਕੇ ਸਾਨੂੰ ਹੁਣ ਦਿਖ ਰਿਹਾ ਉਹ ਕਿ ਸਾਡੇ ਜਿਹੜੇ ਬ੍ਰਦਰਸ ਐਂਡ ਸਿਸਟਰਸ ਜਿਹੜੇ ਇੱਥੇ ਪੰਜਾਬ ਦੇ ਲੋਕ ਨੇ ਉਹ ਇੱਕ ਡਿਫਰੈਂਟ ਲੜਾਈ ਲੜ ਰਹੇ ਨੇ, ਠੀਕ ਹੈ। ਤੇ ਉਹ ਇੱਕ ਉਹਨਾਂ ਵਾਸਤੇ ਜੋ ਰੈਪਰੈਜ਼ੈਂਟ ਕਰ ਰਹੇ ਨੇ ਤਾਂ ਇੱਕ ਬਹੁਤ ਮੇਰੇ ਵਾਸਤੇ ਗਰਵ ਵਾਲੀ ਗੱਲ ਹੈ। ਜੀ ਸ਼ੁਭਰੀਤ ਜੀ, ਇੱਕ ਹੋਰ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਆ ਆਮ ਘਰਾਂ ਦੇ ਵਿੱਚ ਗੱਲ ਆ ਵੀ ਜੇ ਤੁਹਾਡਾ ਲਿਵਿੰਗ ਸਟਾਈਲ ਜਾਂ ਤੁਸੀਂ ਘਰੋਂ ਸੌਖੇ ਹੋ, ਸਾਰਾ ਕੁਝ ਠੀਕ ਆ, ਜਿਵੇਂ ਉਹਨਾਂ ਦੇ ਬੱਚੇ ਤੁਸੀਂ ਸਾਰੇ ਸੈੱਟ ਹੋ, ਸਾਰਾ ਕੁਝ ਠੀਕ ਆ, ਜਦੋਂ ਇਹ ਗੱਲ ਕਦੇ ਤੁਹਾਡੇ ਪਰਿਵਾਰ 'ਚ ਡਿਸਕਸ ਨਹੀਂ ਹੋਈ ਜਾਂ ਤੁਸੀਂ ਨਹੀਂ ਕਿਹਾ ਵੀ ਪਾਪਾ ਆਪਾਂ ਕੀ ਲੈਣਾ, ਤੁਸੀਂ ਇਹ ਗੱਲਾਂ 'ਚ ਨਾ ਪਾਓ, ਜਾਂ ਉਸ ਜਿਹੜਾ ਇੱਕ ਸਿੰਪਲ ਕੁਐਸਚਨ ਇਹੀ ਹੁੰਦਾ ਹੈਗਾ? ਦੇਖੋ, ਪਰਿਵਾਰ ਸੈਟਲ ਇਹ ਹਮੇਸ਼ਾ ਤੁਸੀਂ ਸੈਟਲ ਹੋ ਰਹੇ ਹੁੰਦੇ ਹੋ, ਠੀਕ ਹੈ। ਇਹ ਚੀਜ਼ਾਂ ਤਾਂ ਕਦੀ ਵੀ ਨਹੀਂ ਖਤਮ ਹੋਣੀਆਂ। ਯੋਰ ਰਿਸਪੌਂਸਿਬਿਲਿਟੀਜ਼ ਟੂਵਰਡਸ ਅ ਹਾਊਸ, ਜਦੋਂ ਤੱਕ ਤੁਸੀਂ ਸ਼ਾਇਦ ਮਰਦੇ ਨਹੀਂ ਕਿ ਤੁਸੀਂ ਉਸੇ ਚੀਜ਼ ਵੱਲ ਦੇਈ ਜਾ ਸਕਦੇ ਹੋ ਤੇ ਘਰ ਦੇ ਲਈ ਜਾ ਸਕਦੇ ਨੇ, ਠੀਕ ਹੈ। ਇਹ ਇੱਕ ਉਹਨਾਂ ਨੇ ਸਾਨੂੰ ਪੁਸ਼ ਕੀਤਾ ਕਿ ਮੈਂ ਵੀ ਇੱਕ ਇੰਡੀਵਿਜੂਅਲ ਤੌਰ ਤੇ ਵੀ ਇੱਕ ਲੜਾਈ ਲੜ ਸਕਦਾ ਹਾਂ, ਤੁਸੀਂ ਵੀ ਲੜੋ, ਤੁਸੀਂ ਵੀ ਸਿੱਖੋ, ਤੁਸੀਂ ਵੀ ਇੱਕ ਆਪਣੀ ਲਾਈਫ ਬਣਾਓ, ਠੀਕ ਹੈ। ਸੋ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਆਪਾਂ ਆਪਦੇ ਫੈਮਿਲੀ ਦੇ ਪ੍ਰੈਸ਼ਰਸ ਜਿਹੜੇ ਆਪਾਂ ਆਪਦੇ ਆਪ ਤੇ ਪਾਉਂਦੇ ਹਾਂ ਲੋਕਾਂ ਨੂੰ ਵੇਖ ਕੇ ਕਿ ਵੀ ਜੀ ਉਹ ਇੱਦਾਂ ਸੈੱਟ ਹੋ ਗਏ ਨੇ ਤੇ ਸਾਨੂੰ ਵੀ ਇੱਦਾਂ ਸੈੱਟ ਹੋਣਾ ਚਾਹੀਦਾ ਹੈ। ਤੇ ਜੇ ਆਪਾਂ ਇੰਨੇ ਸੈੱਟ ਹੈ ਤੇ ਫਿਰ ਆਪਾਂ ਨੂੰ ਕੀ ਲੋੜ ਹੈ ਆਪਣੀ ਕਿਸੇ ਵੀ ਤਰ੍ਹਾਂ ਆਪਣੀ ਪਰਿਵਾਰਿਕ ਸਿਚੁਏਸ਼ਨ ਨੂੰ ਕੇਓਟਿਕ ਕਰਨ ਦਾ ਕੀ ਲੋੜ ਹੈ ਆਪਾਂ ਨੂੰ। ਬਟ ਪਾਪਾ ਅਸੀਂ ਇਹਨੇ ਕਹਿ ਲਓ ਸਾਨੂੰ ਇਹਨਾਂ ਚੀਜ਼ਾਂ 'ਚੋਂ ਸਿਰਫ ਨਹੀਂ ਪੀਸ ਮਿਲਦਾ ਕਿ ਵੀ ਹਾਂਜੀ ਓਕੇ ਸਭ ਮੇਰਾ ਘਰ ਠੀਕ ਹੈ ਤੇ ਜੇ ਮੈਨੂੰ ਕਿਸੇ ਦਿਖ ਰਿਹਾ ਕਿ ਕਿਤੇ ਹੋਰ ਮੈਂ ਮਦਦ ਕਰ ਸਕਦਾ ਤੇ ਮੈਂ ਨਾ ਕਰਾਂ, ਇਹ ਨਹੀਂ, ਇੱਦਾਂ ਨਹੀਂ। ਮਾਈ ਡੈਡ ਡਜ਼ਨਟ ਥਿੰਕ ਲਾਈਕ ਦੈਟ। ਸੋ ਜਦੋਂ ਇਹ ਇੱਕ ਲੜਾਈ ਘਰੇ ਵੀ ਦੇਖੋ, ਇੱਕ ਤੁਸੀਂ ਪਰਿਵਾਰ ਹਮੇਸ਼ਾ ਇਵੋਲਵ ਹੋ ਰਿਹਾ, ਹਮੇਸ਼ਾ ਸਿੱਖ ਰਿਹਾ, ਹਮੇਸ਼ਾ ਸੈਟਲ ਹੋ ਰਿਹਾ। ਅਸੀਂ ਵੀ ਬੱਚੇ ਆਪਦੇ ਫੇਜ਼ਸ 'ਚ ਸਿੱਖ ਰਹੇ ਹਾਂ। ਇੱਦਾਂ ਨਹੀਂਗਾ ਕਿ ਹੁਣ ਹਾਂਜੀ ਵੀ ਹੁਣ ਸਭ ਕੁਝ ਸੈਟਲਡ ਹੈ ਤੇ ਬਸ ਹੁਣ ਉਹ ਲੜ ਸਕਦੇ ਨੇ ਜਾਂ ਫਿਰ ਤੁਸੀਂ ਹੁਣ ਲੜੋ ਨਾ ਕਿਉਂਕਿ ਘਰ ਤੇ ਤੁਹਾਡੀ ਲੋੜ ਹੈਗੀ ਹੈ। ਇੱਦਾਂ ਨਹੀਂ ਹੁੰਦਾਗਾ, ਠੀਕ ਹੈ। ਹਰ ਕਿਸੇ ਦੀ ਇੱਕ ਇੰਡੀਵਿਜੂਅਲ ਪਾਥ ਵੀ ਹੈਗਾ ਤੇ ਇੱਕ ਫੈਮਿਲੀ ਵੱਲ ਪਾਥ ਵੀ ਹੈਗਾ। ਹਾਂਜੀ। ਤੇ ਜਦੋਂ ਲਗਾਤਾਰ ਇਹ ਸਿੱਖੋ ਸਾਹਿਬ ਲੜਾਈ ਲੜਦੇ ਆ ਜਾਂ ਉਹ ਆਵਾਜ਼ ਚੱਕ ਰਹੇ ਸੀ, ਤੁਹਾਡੇ ਨਾਲ ਲਗਾਤਾਰ ਰਾਬਤੇ ਸੀ, ਇਹ ਗੱਲਾਂ ਪਰਿਵਾਰ ਦੇ ਵਿੱਚ ਡਿਸਕਸ ਹੁੰਦੀਆਂ ਸੀ ਵੀ ਇਹ ਕਿਵੇਂ ਸਾਰੀਆਂ ਚੀਜ਼ਾਂ ਹੋ ਰਹੀਆਂ ਜਾਂ ਕਿਵੇਂ ਸਾਰਾ ਸਿਸਟਮ ਜਿਹੜਾ ਕੋਲੈਪਸ ਕਰ ਰਿਹਾ ਹੈਗਾ ਜਾਂ ਆਪਾਂ ਕੀ ਕਰ ਰਹੇ ਹਾਂ ਅੱਗੇ, ਇਦਾਂ ਦੀ ਕੋਈ ਡਿਸਕਸ਼ਨ ਹੁੰਦੀ ਸੀ? ਹਾਂਜੀ, ਮੇਰੇ ਪਾਪਾ ਨੇ ਆਫ ਕੋਰਸ ਅਸੀਂ ਬਹੁਤ ਕਲੋਜ਼ਲੀ ਗੱਲਾਂ ਕਰਦੇ ਰਹੇ ਹਾਂ ਹਮੇਸ਼ਾ। ਜਦੋਂ ਮੈਂ ਛੋਟੀ ਰਹੀ ਹਾਂ ਹਮੇਸ਼ਾ ਸਾਨੂੰ ਉਹਨਾਂ ਨੇ ਆਪਣੇ ਫਰੈਂਡਸ ਵਾਂਗੂ ਰੱਖਿਆ, ਸਾਨੂੰ ਸ਼ੇਅਰ ਕੀਤੀਆਂ ਚੀਜ਼ਾਂ ਤੇ ਕਿਤੇ ਓਬਵੀਅਸਲੀ ਹਮੇਸ਼ਾ ਬੈਲੈਂਸ ਤਰੀਕੇ 'ਚ ਹੋਈਆਂ। ਮੇਰੀ ਵੀ ਉੱਥੇ ਆਪਣੀ ਜੌਬ ਚੱਲ ਰਹੀ ਸੀ ਬਾਹਰ, ਠੀਕ ਹੈ। ਸੋ ਇੱਦਾਂ ਨਹੀਂਗਾ ਕਿ ਹਰ ਚੀਜ਼ ਦਾ ਪਤਾ ਹੁੰਦਾ ਸੀ, ਬਟ ਯੈਸ ਅਸੀਂ ਅਵੇਅਰ ਹਾਂ ਇੱਕ ਦੂਜੇ ਦੀ ਲਾਈਫ ਬਾਰੇ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੈਗਾ। ਹਾਂਜੀ। ਹੁਣ ਜਦੋਂ ਇਹ ਚੀਜ਼ ਆਈ ਆ 6 ਮਹੀਨਿਆਂ ਦੀ ਸਜ਼ਾ ਜਾਂ ਇਹ ਚੀਜ਼ ਆਈ ਆ ਤੇ ਉਹਦੇ ਵਿੱਚ ਇੱਕ ਖਾਸ ਜਿਹੜਾ ਪਹਿਲੂ ਨਿਕਲ ਕੇ ਸਾਹਮਣੇ ਆਇਆ ਹੈਗਾ ਵੀ ਮੈਂ ਕੋਈ ਬੇਲ ਨਹੀਂ ਲੈਣੀ, ਮੈਂ ਕੋਈ ਇਦਾਂ ਦਾ ਨਹੀਂ, ਇਹਦੇ ਪਿੱਛੇ ਦਾ ਥਾਟ ਪ੍ਰੋਸੈਸ ਕਿਵੇਂ ਹੈ? ਦੇਖੋ, he doesn't feel like he's done anything wrong and not just he doesn't feel like it। ਉਹਨਾਂ ਨੇ
ਜੈਨੂਇਨਲੀ ਇੱਕ ਬੜੇ ਜੈਨੂਇਨ ਕਾਜ਼ ਤੇ ਗੱਲ ਕੀਤੀ ਹੈਗੀ ਹੈ। ਡਰੱਗਸ ਦਾ ਮਾਮਲਾ ਹੈ, ਉਹਨਾਂ ਨੇ ਉਹਦੇ ਰਿਪੋਰਟਸ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਖੋਲਿਆ ਕਿਉਂ ਨਹੀਂ ਗਿਆ ਐਂਡ ਉਹ ਇੰਨੀ ਅਗਰੈਸ਼ਨ ਨਾਲ ਕਿਉਂ ਗਿਆ, ਬਿਕਾਜ਼ ਉਹ 5 ਸਾਲਾਂ ਤੋਂ ਅਪੈਰੈਂਟਲੀ ਉਹ ਰਿਪੋਰਟਸ ਖੋਲ ਕੇ ਸੀਲ ਕੀਤੀਆਂ ਗਈਆਂ ਸੀਗੀਆਂ ਤੇ ਉਹ ਚੀਜ਼ ਜਿਹੜੀ ਡਰੱਗਸ ਦਾ ਜੋ ਇਸ਼ੂ ਹੈਗਾ ਹੈ, ਉਹ ਇੱਕ ਬੜੇ ਸੀਰੀਅਸ ਲੈਵਲ ਤੇ ਪੰਜਾਬ ਨੂੰ ਖਾ ਰਿਹਾ ਹੈ। ਠੀਕ ਹੈ, ਸੋ ਇਦਾਂ ਨਹੀਂ ਹੈਗਾ ਕਿ ਇੱਕ ਪਰਸਨਲ ਮੈਟਰ ਹੈਗੀ ਹੈ ਜਿਹੜੀ ਕਿ ਜਿਹਦੇ ਰਿਜ਼ਲਟਸ ਬੜੇ ਕੋਈ ਮਿਨੀਮਲ ਹੈਗੇ ਨੇ, ਜਿਹਦਾ ਸ਼ਾਇਦ ਇੰਨਾ ਜ਼ੋਰ ਨਾਲ ਇੰਨੀ ਆਵਾਜ਼ ਉਠਾਉਣ ਦਾ ਸ਼ਾਇਦ ਨਹੀਂ ਲੋੜ ਸੀਗੀ। ਨਹੀਂ, ਇਹ ਇੱਕ ਹਰ ਫੈਮਿਲੀ ਦੇ ਹਰ ਘਰ ਦੀ ਇਹ ਪ੍ਰੋਬਲਮ ਹੈਗੀ ਆਲਮੋਸਟ। ਆਈ ਡੋਨਟ ਨੋ ਸਟ੍ਰੈਟੇਜਿਕ ਬਟ ਆਈ ਥਿੰਕ ਆਲਮੋਸਟ ਆਲ ਯੂਥ ਜਿਹੜੀ ਇਸ ਚੀਜ਼ ਤੋਂ ਲੰਘਦੀ ਹੈ, ਇਹਦਾ ਮਤਲਬ ਕਿ ਉਹਨਾਂ ਦੇ ਪੇਰੈਂਟਸ ਵੀ ਇਸ ਚੀਜ਼ ਵਿੱਚੋਂ ਲੰਘਦੇ ਨੇ ਤੇ ਡੀਪਲੀ ਪੰਜਾਬ ਨੂੰ ਇਹ ਚੀਜ਼ ਹੌਲੀ ਹੌਲੀ ਖਤਮ ਕਰ ਰਹੀ ਹੈ। ਜੋ ਕਿ ਮੇਨ ਕੰਸਰਨ ਹੁੰਦਾ ਹੈ ਜਿਹੜੇ ਲੋਕ ਪਾਵਰ 'ਚ ਹੁੰਦੇ ਨੇ ਉਹਨਾਂ ਵਾਸਤੇ ਇਹ ਜੀ ਚੀਜ਼ਾਂ ਇੱਕ ਬੜੀ ਮੇਨ ਕੰਸਰਨ ਹੈ ਕਿ ਵਾਟ ਇਜ਼ ਦ ਫਿਊਚਰ ਆਫ ਪੰਜਾਬ। ਇਫ ਯੂਰ ਯੂਥ ਇਜ਼ ਸਟਾਰਟਿੰਗ ਟੂ ਲੂਜ਼ देयर ਓਨ ਇੰਟੈਲੀਜੈਂਸ, ਉਹਨਾਂ ਦੀ ਓਨ ਅਬਿਲਿਟੀ ਟੂ ਵਰਕ, ਹੈ ਨਾ, ਤੇ ਫਿਰ ਉਹ ਕਿੱਦਾਂ ਪੰਜਾਬ ਅੱਗੇ ਕਿਵੇਂ ਚੱਲੂਗਾ। ਇਹ ਬਹੁਤ ਸੀਰੀਅਸ ਚੀਜ਼ ਹੈ ਜੀ, ਠੀਕ ਹੈ ਨਾ। ਤਾਂ ਇਸ ਕਰਕੇ ਅਗਰ ਉਹ ਇਸ ਚੀਜ਼ ਤੇ ਗੱਲ ਕਰ ਰਹੇ ਨੇ ਤਾਂ ਤੁਸੀਂ ਉਸ ਤੇ ਇਨਵੈਸਟੀਗੇਟ ਕਰੋ। ਠੀਕ ਹੈ, ਉਹ ਬੇਲ ਕਿਉਂ ਨਹੀਂ ਲੈ ਰਹੇ, ਬਿਕਾਜ਼ ਇਹ ਕੋਈ ਗੱਲ ਬੇਲ ਕੀਤਾ ਕੀ ਹੈ, ਯੂ نو ਵਾਟ ਹੈਵ ਯੂ ਡਨ। ਆਈ ਮੀਨ ਹੀ ਇਜ਼ ਟਾਕਿੰਗ ਅਬਾਊਟ ਅ ਪਬਲਿਕ ਇਸ਼ੂ। ਠੀਕ ਹੈ, ਬੇਲ ਲੈ ਕੇ ਉਹਦੇ ਹੋ ਗਿਆ ਨਾ ਕਿ ਮੈਂ ਆਪਦੇ ਆਪ ਨੂੰ ਬਚਾਉਣਾ ਹੈ। ਜਿਨ੍ਹਾਂ ਨੇ ਸਜ਼ਾ ਦਿੱਤੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਵਾਈ ਇਜ਼ ਹੀ ਸੇਇੰਗ ਆਲ ਦਿਸ, ਕਿਉਂ ਕਹਿ ਰਿਹਾ ਹੈ ਉਹ, ਕੀ ਇੰਟਰਸਟ ਕੀ ਹੈ ਬੰਦੇ ਦਾ ਆਫਟਰ ਆਲ। ਠੀਕ ਹੈ, ਉਹਦੇ ਤੇ ਇਨਵੈਸਟੀਗੇਟ ਕਰੋ ਤੁਸੀਂ। ਉਹਦੇ ਤੇ ਕੱਲਾ ਰਿਪੋਰਟਸ ਖੋਲ੍ਹਣ ਨਾਲ ਵੀ ਨਹੀਂ ਨਾਲੇ ਹੁੰਦਾ ਹੈਗਾ। ਤੁਸੀਂ ਜੋ ਇਹ ਡਰੱਗਸ ਦਾ ਇਸ਼ੂ ਬਹੁਤ ਵੱਡੇ ਲੈਵਲ ਤੇ ਚੱਲਦਾ ਹੈ। ਅਪੈਰੈਂਟਲੀ ਇਟਸ ਦ 3rd ਲਾਰਜੈਸਟ ਬਿਜ਼ਨਸ ਇਨ ਦ ਵਰਲਡ। ਠੀਕ ਹੈ, ਆਫਟਰ oil and arms। ਸੋ ਇਹ ਚੀਜ਼ ਬੜੀ ਡੀਪਲੀ ਆਪਣੇ ਵਿੱਚ ਫਿਰ ਰਹੀ ਹੈਗੀ ਹੈ। ਸੋ ਇੱਕ ਬਹੁਤ ਡਿਫਰੈਂਟ ਲੈਵਲ ਜਿਹੜੇ ਲੋਕ ਬੈਠੇ ਨੇ ਪਾਵਰ ਵਿੱਚ, ਉਹਨਾਂ ਦੀ ਲੋੜ ਹੈ ਕਿ ਉਸ ਚੀਜ਼ ਨੂੰ ਪਤਾ ਲੇਮੈਨ ਹੈ, ਇਹਨਾਂ ਨੂੰ ਜਿੰਨੀ ਕੁ ਨੌਲੇਜ ਉਹਨਾਂ ਨੇ ਕੀਤੀ ਹੈ, ਪਰ ਉਹਨਾਂ ਨੂੰ ਸਿਰੋਂ ਜ਼ਿਆਦਾ ਪਤਾ ਹੋਏਗਾ, ਉਹ ਇਸ ਚੀਜ਼ 'ਚ ਜ਼ਿਆਦਾ ਇਨਵੈਸਟੀਗੇਟ ਕਰ ਸਕਦੇ ਨੇ। ਸੋ ਇਸ ਕਰਕੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਇਸ ਚੀਜ਼ ਨੂੰ ਨੋਟਿਸ ਕਰੋ ਕਿ ਜੋ ਮੈਂ ਬੋਲ ਰਿਹਾ ਹਾਂ ਕਿ ਮੈਂ ਭੌਂਕ ਰਿਹਾ, ਇਹ ਸਿਰਫ ਆਪਣੇ ਕਰਕੇ ਨਹੀਂ ਬੋਲ ਰਿਹਾ ਹੈਗਾ। ਠੀਕ ਹੈ, ਉਹ ਬੇਲ ਲੈ ਕੇ ਉਹ ਤਾਂ ਫਿਰ ਉਹਨਾਂ ਦਾ ਤਾਂ ਫਿਰ ਮਕਸਦ ਹੱਲ ਹੋ ਜਾਊਗਾ ਕਿ ਵੀ ਹਾਂਜੀ ਇਹ ਤਾਂ ਹੁਣ ਬੇਲ ਲੈ ਗਿਆ, ਓਕੇ, ਇਹਨੂੰ ਅਸੀਂ ਡਰਾਤਾ, ਇਹਨੂੰ ਚੁੱਪ ਕਰਾਉਣ ਦਾ ਅਸੀਂ ਕਰ ਲਿਆ ਇਹਨੂੰ, ਸੋ ਨਾਓ ਹੀ ਵਿਲ ਨਾਟ ਡੂ ਐਨੀਥਿੰਗ। ਇੱਦਾਂ ਨਹੀਂ ਗਾ, ਉਹਨਾਂ ਨੇ ਸਜ਼ਾ ਦਿੱਤੀ ਹੈ, ਉਹਨਾਂ ਦਾ ਜੇ ਉਹ ਦੇਖਣਗੇ ਉਸ ਚੀਜ਼ ਨੂੰ, ਉਹ ਫਿਰ ਆਪ ਕਹਿਣ ਕਿ ਵੀ ਯੂ ਆਰ ਰਾਈਟ, ਤੁਹਾਡਾ ਕੋਈ ਇਹਦੇ ਵਿੱਚ ਪਰਸਨਲ ਇੰਟਰਸਟ ਨਹੀਂ ਸੀਗਾ, ਤੁਸੀਂ ਜਾਓ ਘਰੇ। ਜਿਵੇਂ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦੇ ਹਾਂ ਸੇਖੋ ਸਾਹਿਬ ਦੇ ਮਾਮਲੇ ਨੂੰ ਲੈ ਕੇ, ਆਫ ਰਿਕਾਰਡ ਬਹੁਤ ਸਾਰੇ ਲੋਕ ਕਹਿੰਦੇ ਵੀ ਜੰਗ ਬਹੁਤ ਸਾਰੇ ਲੋਕ ਲੜ ਰਹੇ ਨੇ, ਪਰ ਸੇਖੋ ਸਾਹਿਬ ਨੇ ਕੁਝ ਜ਼ਿਆਦਾ ਓਵਰ ਐਕਟ ਜਾਂ ਜ਼ਿਆਦਾ ਬੋਲਡਲੀ ਉਹ ਬੋਲ ਜਾਂਦੇ ਸੀ। ਜੱਜਿਸ ਦੇ ਨਾਮ ਉਹਨਾਂ ਨੇ ਬੋਲੇ ਆ, ਇਸ ਲਈ ਕੰਟੈਂਪਟ ਆਫ ਕੋਰਟ ਲੱਗ ਗਿਆ ਹੈਗਾ। ਇਹ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਵੇਂ ਅਸੀਂ ਨਹੀਂ ਚੱਲੇ, ਜਾਂ ਉਵੇਂ ਲੋਕਾਂ ਨੂੰ ਇਕੱਠੇ ਜੋੜ ਕੇ ਉਵੇਂ ਨਹੀਂ ਸੀ ਇਸ ਰੋਸ ਪ੍ਰਦਰਸ਼ਨ ਕਰਿਆ, ਤਾਂ ਥੋੜਾ ਜਿਹਾ ਜੇ ਉਵੇਂ ਕਰਦੇ ਫਿਰ ਵਧੀਆ ਹੋਣਾ ਸੀ। ਦੇਖੋ, ਹਰ ਕੋਈ ਪਰਫੈਕਟ ਨਹੀਂ ਹੁੰਦਾ। ਪਹਿਲੀ ਗੱਲ, ਆਪਾਂ ਹਮੇਸ਼ਾ ਕਿਸੇ ਦੀ ਜੋ ਐਕਸ਼ਨਸ ਹੁੰਦੇ ਨੇ ਨਾ, ਉਹਦਾ ਦੇ ਜੋ ਪਿੱਛੇ ਕੀ ਹੈ, ਉਹਦੇ ਤੇ ਉਹਨੂੰ ਐਨਾਲਾਈਜ਼ ਕਰਨਾ, ਉਹਨੂੰ ਜੱਜ ਕਰਨਾ ਉਹਦੇ ਤੇ ਬਣਦਾ ਹੈ ਕਿ ਉਹ। ਸੋ ਜੇ ਉਹ ਬੰਦਾ ਸਿਰਫ ਤੁਸੀਂ ਪਿਓਰਲੀ ਉਹਦੀ ਅਗਰੈਸ਼ਨ ਦੇਖੋ, ਮੈਂ ਆਪ ਕਹੂੰਗੀ ਕਿ ਇਟਸ ਵੈਰੀ ਹਾਰਸ਼, ਇਟਸ ਵੈਰੀ ਬਹੁਤ ਜ਼ਿਆਦਾ ਉਹ ਚੀਜ਼ ਵਿੱਚ ਇੱਕ ਹੈਗੀ ਹੈ, ਇੱਕ ਅਗਰੈਸ਼ਨ ਹੈਗੀ ਹੈ। ਬਟ ਅਗਰ ਮੈਂ ਉਸ ਚੀਜ਼ ਨੂੰ ਇੱਕ ਹੋਰ ਲੈਵਲ ਤੇ ਦੇਖਾਂ, ਜਿੱਥੇ ਮੈਂ ਆਪਦੇ ਜਿੱਦਾਂ ਮੈਂ ਆਪਦੇ ਪਾਪਾ ਨੂੰ ਸਮਝਦੀ ਹਾਂ, ਠੀਕ ਹੈ, ਜਿਹੜਾ ਬੰਦਾ 24 ਘੰਟੇ, ਐਂਡ ਆਈ ਮੀਨ ਦੈਟ ਕਿ ਉਹਨਾਂ ਨੇ ਪਿਛਲੇ 2-3 ਸਾਲ ਇਫ ਨਾਟ ਮੋਰ ਇੱਕ ਮਤਲਬ ਪੰਜਾਬ ਨੂੰ ਦਿੱਤੇ ਹੋਏ ਨੇ। ਸੋ ਮਤਲਬ ਕਿ ਉਹ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੈ। ਠੀਕ ਹੈ, ਜਦੋਂ ਤੁਹਾਨੂੰ ਇੰਨਾ ਕੁਝ ਮਿਲ ਰਿਹਾ ਹੈ ਕਿ ਵੀ ਇੱਥੇ ਆ ਹੋ ਰਿਹਾ, ਇੱਥੇ ਆ ਹੋ ਰਿਹਾ, ਇੱਥੇ ਆ ਹੋ ਰਿਹਾ, ਤੇ ਜਿੱਥੇ ਆਨਸਰਸ ਮਿਲਨੇ ਨੇ ਉੱਥੇ ਜਵਾਬ, ਉਸ ਦਰਵਾਜ਼ੇ ਬੰਦ ਨੇ, ਤਾਂ ਫਿਰ ਕੀ ਹੋਊਗਾ ਦੱਸੋ। ਇਟ ਇਜ਼ ਐਨ ਆਟੋਮੈਟਿਕ ਰਿਐਕਸ਼ਨ ਕਿ ਤੁਸੀਂ ਇੰਨਾ ਰਿਸੈਪਟਿਵ ਹੋ ਕੇ ਯੂ ਆਰ ਗੋਇੰਗ ਟੂ ਜਸਟ ਆਸਕ ਫॉर ਹੈਲਪ, ਓਕੇ। ਐਂਡ ਉਹ ਕਿਸ ਤਰ੍ਹਾਂ ਨਿਕਲੂਗੀ, ਉਹ ਹਰ ਕਿਸ ਦਾ ਤਰੀਕਾ ਡਿਫਰੈਂਟ। ਆਈ ਐਮ ਨਾਟ ਮਾਈ ਫਾਦਰ, ਉਹਨਾਂ ਦਾ ਜੋ ਤਰੀਕਾ ਸੀਗਾ, ਉਹਨਾਂ ਦਾ ਵੀ ਪ੍ਰੋਸੈਸ ਆਫ ਰਿਫਾਈਨਮੈਂਟ ਹੋਊਗਾ। ਬੰਦਾ ਹੈ, ਹੀ ਐਬਸੋਲੂਟਲੀ ਇਜ਼ ਫਾਰ ਫਰਮ ਪਰਫੈਕਟ। ਠੀਕ ਹੈ, ਉਹਨਾਂ ਨੇ ਬਹੁਤ ਕੁਝ ਸਿੱਖਣਾ ਇਸ ਲੜਾਈ ਵਿੱਚ। ਉਹ ਆਪ ਇੱਕ ਸੋਰਟ ਆਫ ਯੰਗ ਨੇ ਐਜ਼ ਅ ਫਾਈਟਰ। ਠੀਕ ਹੈ, ਉਹਨਾਂ ਨੂੰ ਇਹ ਪ੍ਰੋਸੈਸ ਹੁਣ ਜੇਲ੍ਹ ਦਾ ਇੱਕ ਉਹਨਾਂ ਨੂੰ ਰਿਫਾਈਨ ਕਰੇਗਾ ਇਹ ਪ੍ਰੋਸੈਸ। ਵੀ ਨੋ ਦੈਟ, ਅਸੀਂ ਸਮਝਦੇ ਹਾਂ ਐਜ਼ ਅ ਫੈਮਿਲੀ ਕਿ ਦਿਸ ਇਜ਼ ਗੋਇੰਗ ਟੂ ਹੈਲਪ ਬਲਵਿੰਦਰ ਸੇਖੋ, ਮਾਈ ਫਾਦਰ, ਕਿ ਜਦੋਂ ਆਉਣਗੇ ਉਹ ਇੱਕ ਹੋਰ ਰਿਫਾਈਨਡ ਤਰੀਕੇ ਨਾਲ ਲੜਾਈ ਨੂੰ ਅੱਗੇ ਲੈ ਕੇ ਜਾਣਗੇ। ਹੁਣ ਜਿੰਨੇ ਲੋਕ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਸੋਸ਼ਲ ਮੀਡੀਆ ਤੇ ਵੀ ਸੇਖੋ ਸਾਹਿਬ ਬਹੁਤ ਐਕਟਿਵ ਸੀ, ਇੰਟਰਵਿਊਜ਼ ਕਾਫੀ ਆਉਂਦੀਆਂ ਸੀ, ਬਹੁਤ ਲੋਕ ਉਹਨਾਂ ਦੀ ਸਪੋਰਟ ਵੀ ਕਰਦੇ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਪੋਰਟ ਕਰਨਾ ਇੱਕ ਅਲੱਗ ਗੱਲ ਆ, ਫਿਜ਼ੀਕਲੀ ਸਪੋਰਟ ਹੋਣਾ ਇੱਕ ਅਲੱਗ ਗੱਲ ਆ। ਜਦੋਂ ਹੁਣ ਇਹ ਸਾਰਾ
ਹੋਇਆਗਾ। ਇਸ ਤੋਂ ਬਾਅਦ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਜਾਂ ਬੋਲ ਰਹੇ ਨੇ, ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਦੇਖੋ ਇਹ ਪ੍ਰੋਸੈਸ ਹੌਲੀ ਹੌਲੀ ਜਿਵੇਂ ਸਭ ਪ੍ਰੋਸੈਸ ਕਰ ਰਹੇ ਨੇ, ਇਹ ਬਹੁਤ ਛੇਤੀ ਹੋਇਆ ਹੈ ਐਂਡ ਅਸੀਂ ਵੀ ਰਿਅਲਾਈਜ਼ ਕਰ ਰਹੇ ਹਾਂ ਸਪੋਰਟ ਐਵਰੀ ਡੇ ਵੱਧ ਰਹੀ ਹੈ। ਜਿਵੇਂ ਜਿਵੇਂ ਅਸੀਂ ਦੇਖ ਰਹੇ ਹਾਂ ਲੋਕ ਵੀ ਜਿਵੇਂ ਹੌਲੀ ਹੌਲੀ ਪ੍ਰੋਸੈਸ ਕਰਕੇ ਸਿਚੁਏਸ਼ਨ ਨੂੰ ਬਾਹਰ ਆ ਰਹੇ ਨੇ, ਠੀਕ ਹੈ। ਸੋ ਅਸੀਂ ਇਹ ਨਹੀਂ ਕਹਾਂਗੇ ਕਿ ਹਾਂਜੀ ਹੁਣ ਇੱਕੋ ਦਮ ਵੀ ਸਾਰੇ ਜਾਣੇ ਆਪਦਾ ਸਭ ਕੁਝ ਛੱਡ ਕੇ ਜੀ ਤੁਸੀਂ ਇਹਦੇ ਪਿੱਛੇ ਲੱਗੋ। ਯੈਸ, ਉਹ ਵੀ ਹਰ ਕੋਈ ਵੀਡੀਓਜ਼ ਦੇਖਦਾ ਆ ਰਿਹਾ, ਹਰ ਜਿਹਨੇ ਵੇਖੀਆਂ ਵੀ ਨੇ, ਠੀਕ ਹੈ। ਆਪਣੇ ਟਾਈਮ ਨਾਲ ਹਰ ਕਿਸੇ ਨੂੰ ਮੌਕਾ ਮਿਲੂਗਾ ਇਸ ਲੜਾਈ ਵਿੱਚ ਪਾਰਟ ਲੈਣ ਦਾ। ਸੋ ਇਹ ਕਿਉਂਕਿ ਦਿਸ ਇਜ਼ ਨਾਟ ਅ ਸ਼ਾਰਟ ਟਰਮ ਲੜਾਈ, ਦਿਸ ਇਜ਼ ਅ ਲੌਂਗ ਟਰਮ ਲੜਾਈ, ਇੱਕ ਲੌਂਗ ਟਰਮ ਫਾਈਟ ਹੈਗੀ ਹੈ, ਠੀਕ ਹੈ। ਉੱਥੇ ਹਰ ਕਿਸੇ ਨੂੰ ਮੌਕਾ ਮਿਲੂਗਾ ਹੌਲੀ ਹੌਲੀ ਜੁੜਨ ਦਾ, ਆਪਦੀ ਇਸ ਟਾਈਮ ਨਾਲ ਬੈਲੈਂਸ ਤਰੀਕੇ ਨਾਲ ਇਸ ਫਾਈਟ ਵਿੱਚ ਆਪਦਾ ਪਾਰਟ ਪਲੇ ਕਰਨ ਦਾ। ਸੋ ਇਸ ਨੂੰ ਆਪਾਂ ਇਦਾਂ ਨਾ ਦੇਖੀਏ ਕਿ ਵੀ ਹਾਂਜੀ ਜਿਹੜੇ ਲੋਕ ਕਮੈਂਟਸ ਕਰਦੇ ਨੇ ਉਹਨਾਂ ਦੀ ਵੀ ਬਹੁਤ ਵੈਲਿਊ ਹੈ, ਠੀਕ ਹੈ, ਉਹਨਾਂ ਦੀ ਵੀ ਇੱਕ ਪਲੇਸ ਹੈਗੀ ਹੈ। ਯੈਸ, ਜਿਹੜੇ ਲੋਕ ਪਾਵਰ 'ਚ ਬੈਠੇ ਨੇ ਉਹ ਇਸ ਟਾਈਮ ਹੋਰ ਹੈਲਪ ਕਰ ਸਕਦੇ ਨੇ, ਕਿਉਂਕਿ ਇਹ ਮੁੱਦਾ ਸਿਰਫ ਵਾਂਸ ਅਗੇਨ ਪਰਸਨਲ ਨਹੀਂ ਹੈਗਾ, ਇਹ ਮੁੱਦਾ ਪੰਜਾਬ ਵਾਸਤੇ ਜੋ ਕਿ ਉਹ ਪੰਜਾਬ ਦੀ ਰਿਸਪੌਂਸਿਬਿਲਿਟੀਜ਼ ਲੈ ਕੇ ਬੈਠੇ ਨੇ। ਤੇ ਉਹ ਮੇਬੀ ਉਹ ਕਿਤੇ ਕਰ ਰਹੇ ਹੋਣਗੇ, ਮੈਂ ਉਹਨਾਂ ਤੇ ਸਿਰਫ ਇੱਕ ਕਮੈਂਟ ਨਹੀਂ ਕਰ ਸਕਦੀ ਕਿ ਉਹ ਕੁਝ ਨਹੀਂ ਕਰ ਰਹੇ ਨੇ, ਠੀਕ ਹੈ। ਮੇਬੀ ਦੇ ਆਰ ਡੂਇੰਗ ਥਿੰਗਸ, ਬਟ ਜੇ ਇਹ ਗੱਲਾਂ ਇਸ ਲੈਵਲ ਤੇ ਸਾਹਮਣੇ ਆ ਰਹੀਆਂ ਨੇ, ਉਹਨਾਂ ਤੋਂ ਲੋਕਾਂ ਨੂੰ ਹੌਸਲਾ ਦਿੱਤਾ ਜਾਵੇ, ਬਲਵਿੰਦਰ ਸੇਖੋਂ ਨੂੰ ਦੱਸਿਆ ਜਾਵੇ ਕਿ ਵੀ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ, ਕਿ ਕਾਮ ਡਾਊਨ। ਜੇ ਇੱਡੀ ਗੱਲ ਹੈ ਕਿ ਤੈਨੂੰ ਰਿਪੋਰਟਸ ਖੋਲਣੀਆਂ, ਅਸੀਂ ਕਰਾਂਗੇ, ਅਸੀਂ ਆਹ ਚੀਜ਼ਾਂ ਤੇ ਵਰਕ ਕਰ ਰਹੇ ਹਾਂ। ਸੋ ਇਦਾਂ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਤੇ ਆਪਾਂ ਸਾਰੇ ਇਕੱਠੇ ਮਿਲ ਕੇ ਇਸ ਲੜਾਈ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਇਦਾਂ ਜੋ ਪਾਪਾ ਨੇ ਸ਼ੁਰੂ ਕੀਤੀ ਹੈ ਸਿਰਫ ਪਾਪਾ ਦੀ ਬਿਲਕੁਲ ਵੀ ਨਹੀਂ ਹੈਗੀ ਹੈ, ਸਾਰਿਆਂ ਦੀ ਲੜਾਈ ਹੈਗੀ ਹੈ ਇਹ। ਜੇ ਤੁਹਾਨੂੰ ਲੈ ਕੇ ਇੱਕ ਮੈਂ ਸਵਾਲ ਕਰਾਂ ਤੁਹਾਡਾ ਜੀ, ਵੀ ਤੁਸੀਂ ਅੱਗੇ ਕੀ ਸੋਚਿਆ? ਤੁਸੀਂ ਇਸ ਲੜਾਈ ਨੂੰ ਜਿੰਨਾ ਟਾਈਮ ਸੇਖੋ ਸਾਹਿਬ ਅੰਦਰ ਨੇ, ਤੁਸੀਂ ਇਹਨੂੰ ਚਲਾਓਗੇ ਇੱਥੋਂ ਪੰਜਾਬ ਤੋਂ, ਕਿਵੇਂ ਕੋਈ ਪਲਾਨ ਤੁਸੀਂ ਸੋਚਿਆ? ਇਟਸ ਵੈਰੀ ਆਰਗੈਨਿਕ ਜੀ, ਦਿਸ ਇਜ਼ ਕੁਝ ਵੀ ਪਲਾਨਡ ਨਹੀਂ ਹੈ। ਤੁਹਾਨੂੰ ਮੈਂ ਸੀਰੀਅਸਲੀ ਦੱਸਾਂ, ਅਸੀਂ ਐਂਡ ਦਿਸ ਇਜ਼ ਸਮਥਿੰਗ ਅਸੀਂ ਇਦਾਂ ਹੀ ਹਮੇਸ਼ਾ ਰਹੇ ਹੈਗੇ ਆ। ਦਿਸ ਇਜ਼ ਬੜੇ ਪਾਰਟਿਕੂਲਰਲੀ ਬਹੁਤ ਆਰਗੈਨਿਕ ਪ੍ਰੋਸੈਸ ਹੈ ਮੇਰੇ ਵਾਸਤੇ ਵੀ, ਮੇਰੀ ਫੈਮਿਲੀ ਵਾਸਤੇ ਵੀ। ਅਸੀਂ ਇਸ ਚੀਜ਼ ਦੇ ਥਰੂ ਲੰਘ ਰਹੇ ਹਾਂ ਐਜ਼ ਵੀ ਆਰ ਗੋਇੰਗ ਥਰੂ ਇਸ। ਅਸੀਂ ਆਪ ਸਾਡੀ ਇੰਡੀਵਿਜੂਅਲ ਤੇ ਫੈਮਿਲੀ ਲੈਵਲ ਤੇ ਟੈਸਟ ਹੋ ਰਹੇ ਨੇ ਤੇ ਅਸੀਂ ਉਸ ਚੀਜ਼ ਨੂੰ ਐਜ਼ ਗ੍ਰੇਸਫੁਲੀ ਐਜ਼ ਪੋਸੀਬਲ ਨੈਵੀਗੇਟ ਕਰ ਰਹੇ ਹਾਂ ਤੇ ਤੁਹਾਡੇ ਲੋਕਾਂ ਨਾਲ ਸ਼ੇਅਰ ਕਰ ਰਹੇ ਹਾਂ। ਸੋ ਮੇਰੀ ਪਰਸਨਲ ਜੇ ਗੱਲ ਇਹ ਹੈ ਕਿ ਇੱਕ ਇਟਸ ਆਰਗੈਨਿਕ, ਇਹ ਮੈਂ ਇੱਥੇ ਆਈ ਹੈਗੀ ਹੈ, ਇਹ ਸਿਚੁਏਸ਼ਨ ਹੈਗੀ ਹੈ। ਇਟਸ ਅ ਵੈਰੀ ਜੈਨੂਇਨ ਟੌਪਿਕ। ਹੀ ਨੀਡਸ ਮੀ, ਆਈ ਮੀਨ ਨਾਟ ਜਸਟ ਹੀ ਨੀਡਸ ਮੀ, ਐਂਡ ਇਟਸ ਸਮ ਲੈਵਲ ਉਹ ਆਪਾਂ ਇੱਕ ਲੋਕਾਂ ਦੀ ਆਵਾਜ਼ ਸੀਗੀ। ਸੋ ਮੈਂ ਉਹ ਲੋਕਾਂ ਦੀ ਆਵਾਜ਼ ਇਸ ਟਾਈਮ ਜੇ ਰੈਪਰੈਜ਼ੈਂਟ ਕਰ ਸਕਦੀ ਹਾਂ ਤੇ ਮੈਂ ਜ਼ਰੂਰ ਕਰੂੰਗੀ। ਉਹ ਕਿੰਨਾ ਚਿਰ ਕਰੂੰਗੀ ਮੈਨੂੰ ਨਹੀਂ ਪਤਾ। ਹਾਂਜੀ, ਜਿਵੇਂ ਇੱਕ ਸਵਾਲ ਇੱਕ ਇਹ ਵੀ ਨਿਕਲ ਕੇ ਆ ਜਾਂਦਾ ਜਦੋਂ ਸੇਖੋਂ ਸਾਹਿਬ ਨੂੰ ਵੀ ਮੈਂ ਅਕਸਰ ਹੀ ਇਹ ਸਵਾਲ ਕੀਤਾ ਗਾ ਉਹਨਾਂ ਨਾਲ ਜਦੋਂ ਪਿਛਲੇ ਮੈਂ ਮੁਲਾਕਾਤ ਕੀਤੀ ਸੀ, ਵੀ ਜਦੋਂ ਕੋਈ ਬੰਦਾ ਆਵਾਜ਼ ਚੁੱਕਦਾ ਗਾ ਲੋਕਾਂ ਦੀ, ਤਾਂ ਇੱਕ ਜਿਹੜੇ ਲੋਕ ਹੁੰਦੇ ਨੇ ਜਾਂ ਇੱਕ ਜਿਹੜਾ ਖਿੱਤਾ ਹੁੰਦਾ ਉਹ ਸਵਾਲ ਕਰਦਾ ਵੀ ਇਸ ਬੰਦੇ ਦਾ ਕੋਈ ਪੋਲੀਟੀਕਲ ਮੋਟਿਵ ਹੋਊਗਾ ਤਾਂ ਕਰਕੇ, ਕਿਉਂਕਿ ਹਰ ਇੱਕ ਬੰਦੇ ਨੂੰ ਇਹ ਬਹੁਤ ਗਰਾਊਂਡ ਤੇ ਇਹ ਗੱਲਾਂ ਆਉਂਦੀਆਂ ਗਈਆਂ। ਤੁਹਾਨੂੰ ਲੱਗਦਾ ਵੀ ਇਦਾਂ ਦਾ ਕੁਝ ਕੋਈ ਪੋਲਿਟਿਕਸ 'ਚ ਆ ਕੇ ਵੀ ਸੁਧਰ ਸਕਦਾ? ਜੇ ਤੁਹਾਡੇ ਹੱਥ ਦੇ ਵਿੱਚ ਪਾਵਰ ਹੋਊ ਉਦਾਂ ਸੁਧਰ ਸਕਦਾ? ਉਸ ਤੇ ਤੁਸੀਂ ਵਰਕ ਕਰ ਰਹੇ ਹੋ ਕਿ ਨਹੀਂ? ਇੱਥੇ ਨਹੀਂ ਗੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੋਲਿਟਿਕਸ ਵਿੱਚ ਵੜਨ ਦੀ ਸਾਡੀ ਕੋਈ ਮੋਟਿਵਸ ਹੈਗੇ ਨੇ ਕਿ ਨਹੀਂ? ਹਾਂ, ਵੀ ਉਦਾਂ ਦਾ ਤੁਸੀਂ ਕੁਝ ਸੋਚ ਰਹੇ ਹੋ ਵੀ ਪੋਲਿਟਿਕਸ 'ਚ ਆ ਕੇ ਅਸੀਂ ਸਿਸਟਮ ਨੂੰ ਸੁਧਾਰ ਸਕਦੇ ਹਾਂ ਜਾਂ ਇਦਾਂ ਦਾ ਕੁਝ ਕਦੇ ਡਿਸਕਸ ਹੋਇਆ ਹੋਵੇ? ਨਹੀਂ ਜੀ, ਨਹੀਂ। ਇਹ ਕੋਈ ਵਾਂਸ ਅਗੇਨ ਇਟਸ ਅ ਵੈਰੀ ਆਰਗੈਨਿਕ ਪ੍ਰੋਸੈਸ। ਇਹ ਪਾਪਾ ਨੇ ਆਪਣੀ ਇੱਕ ਉਹਨਾਂ ਦੀ ਲਾਈਫ 'ਚ ਕੁਝ ਜਿਹੜੇ ਆਸ਼ੂਤੋਸ਼ ਨਾਲ ਥੋੜੇ ਸਾਲ ਪਹਿਲਾਂ ਕੋਈ ਚੀਜ਼ਾਂ ਆਈਆਂ ਸੀ ਸਾਰਿਆਂ ਦੇ ਸਾਹਮਣੇ, ਉਹਦੇ ਵੈਰੀ ਵੈਰੀ ਆਰਗੈਨਿਕਲੀ ਹੀ ਵਾਸ ਲੈਡ ਇਨਟੂ ਦੈਟ ਸਾਈਡ ਆਫ ਥਿੰਗਸ, ਜਿੱਥੇ ਉਹਨਾਂ ਨੂੰ ਹੋਰ ਸਿਚੁਏਸ਼ਨਸ ਤੇ ਸੱਚਾਂ ਨੂੰ ਫੇਸ ਕੀਤਾ ਤੇ ਉਹਨਾਂ ਨੇ ਇਨਸਟੈਡ ਆਫ ਕਿ ਮੈਂ ਕਿ ਆਪਦੇ ਆਪ ਨੂੰ ਚੁੱਪ ਕਰਨ ਦੇ ਬਜਾਏ ਉਹ ਬੋਲੇ। ਤਾਂ ਉਹ ਜਦੋਂ ਉਹ ਬੋਲੇ ਇੱਕ ਮੁੱਦਾ ਫੜਿਆ, ਫਿਰ ਉਹਨਾਂ ਨੇ ਉਹ ਰਿਜ਼ੋਲਵ ਕੀਤਾ, ਫਿਰ ਦੂਜਾ ਫੜਿਆ ਉਹ ਰਿਜ਼ੋਲਵ ਕੀਤਾ, ਹੁਣ ਤੀਜਾ ਫੜਿਆ ਉਹ ਰਿਜ਼ੋਲਵ ਕਰ ਰਹੇ ਨੇ। ਸੋ ਇਹ ਇੱਕ ਕਹਿ ਲਓ ਇੱਕ ਪਾਰਟ ਆਫ ਹਿਸ ਡੈਸਟੀਨੀ ਕਹਿ ਲਓ, ਜਿਵੇਂ ਉਹ ਚੱਲ ਰਹੀ ਹੈ ਚੀਜ਼। ਕਿਦੀ ਨੈਵਰ ਪਲੈਨਡ ਦੈਟ ਓਕੇ ਵਨ ਡੇ ਵੈਨ ਹੀ ਇਜ਼ ਆਈ ਡੋਨਟ ਨੋ 60 years old ਵੀ ਆਰ ਗੋਇੰਗ ਟੂ ਸਿਟ ਐਂਡ ਗੈਟ ਇਨਟੂ ਪੋਲਿਟਿਕਸ অর ਸਮਥਿੰਗ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਪਿਛਲੇ 2-3 ਸਾਲਾਂ ਤੋਂ ਇੱਕ ਪਾਥ ਬਣ ਰਿਹਾ ਹੈ ਤੇ ਉਸ ਚੀਜ਼ ਨੂੰ ਅਸੀਂ ਐਜ਼ ਅ ਫੈਮਿਲੀ ਨੈਵੀਗੇਟ ਕਰ ਰਹੇ ਹਾਂ ਜਿਵੇਂ ਜਿਵੇਂ ਉਹਨਾਂ ਦੀ ਲੜਾਈ ਵੱਧ ਰਹੀ ਹੈ। ਜਿਵੇਂ ਤੁਸੀਂ ਕਿਹਾ ਇੱਕ ਮੁੱਦਾ ਫੜਿਆ ਉਹਨੂੰ ਸੋਲਵ ਕੀਤਾ, ਦੂਜਾ ਸੋਲਵ ਕੀਤਾ, ਤੀਜਾ ਹੁਣ ਕਰ ਰਹੇ ਨੇ, ਕੋਸ਼ਿਸ਼ ਚੱਲ ਰਹੀ ਆ। ਪਰਸਨਲ ਲੈਵਲ ਤੇ ਫੈਮਿਲੀ ਦੇ ਤੌਰ ਦੇ ਉੱਤੇ ਤੁਸੀਂ ਸਾਰਿਆਂ ਲਈ ਜਿਹੜਾ ਨਵੇਂ ਇਹ ਤਜਰਬੇ ਹੋ ਰਹੇ ਆ, ਤੁਸੀਂ ਇਹਦੇ ਲਈ ਤਿਆਰ ਹੋ? ਕਿਉਂਕਿ ਅਕਸਰ ਜਦੋਂ ਕਹਿੰਦੇ ਆ ਵੀ ਪਰਿਵਾਰ ਦੇ ਉੱਤੇ ਮੁਸੀਬਤ ਪੈਂਦੀ ਹੈ ਤਾਂ ਪਰਿਵਾਰ ਟੁੱਟ ਜਾਂਦੇ ਆ, ਖਾਸ ਕਰਕੇ ਜੇ ਅਸੀਂ ਜਿਹੜੀਆਂ ਲੇਡੀਜ਼ ਹੁੰਦੀਆਂ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਉਸ ਲਈ ਤੁਸੀਂ ਪ੍ਰਿਪੇਅਰ ਹੋ ਜਾਂ ਉਸ ਚੀਜ਼ਾਂ ਕਿ ਤੁਹਾਨੂੰ ਸ਼ੁਰੂ ਤੋਂ ਹੀ ਉਵੇਂ ਕਰਿਆ ਗਿਆ ਹੈਗਾ? You can only be as prepared as you can be. I mean, ਤੁਸੀਂ ਕੁਝ ਏਦਾਂ ਸੋਚ ਨਹੀਂ ਸਕਦੇ ਕੱਲ ਏਦਾਂ ਹੋਊਗਾ ਤੇ ਫਿਰ ਐ ਹੋਊਗਾ। ਤੁਸੀਂ ਜਿੱਥੇ ਹੈਗੇ ਹੋ ਉਸ ਟਾਈਮ ਤੁਹਾਡਾ ਰਿਸਪੌਂਸ ਜੋ ਹੈਗਾ ਤੁਸੀਂ ਜਿੱਥੇ ਹੋ ਉਸ ਲੈਵਲ ਤੋਂ ਤੁਸੀਂ ਕਰੋਗੇ, ਠੀਕ ਹੈ। ਸੋ ਵਾਂਸ ਅਗੇਨ ਇਹ ਕੋਈ ਅਸੀਂ ਬਹਿ ਕੇ ਨਹੀਂ ਏਦਾਂ ਪ੍ਰਿਪੇਅਰ ਕੀਤਾ ਕਿ ਓਕੇ
ਇਦਾਂ ਜੇ ਐ ਹੋ ਗਿਆ ਜਾਂ ਐ ਹੋ ਗਿਆ, ਕਈ ਚੀਜ਼ਾਂ ਯੈਸ ਆਫ ਕੋਰਸ ਹੁਣ ਤੁਹਾਨੂੰ ਦਿਖ ਰਿਹਾ ਸੀਗਾ ਕਿ ਪੋਸੀਬਲੀ ਜੇਲ੍ਹ ਦੀ ਜਿਵੇਂ ਕੋਈ ਸਜ਼ਾ ਹੋ ਸਕਦੀ ਹੈ, ਠੀਕ ਹੈ, ਬਟ ਬਿਕੋਜ਼ ਸਾਡੇ ਵਾਸਤੇ ਇੱਕ ਬਹੁਤ ਨਵਾਂ ਟੌਪਿਕ ਹੈ, ਸਾਨੂੰ ਕਿਹੜਾ ਪਤਾ ਹੈ ਕਿ ਵੀ ਜੇਲ੍ਹ ਜੇ ਪਾਪਾ ਚਲੇ ਗਏ ਉਹ ਕਿੱਦਾਂ ਫੀਲ ਹੋਊਗਾ, ਉਹਦੇ 'ਚ ਕਿੱਦਾਂ ਦੀ ਇਮੋਸ਼ਨਸ ਆਉਣਗੀਆਂ, ਕਿੱਦਾਂ ਦੀ ਫੈਮਿਲੀ ਦੀ ਫੀਲਿੰਗ ਆਊਗੀ। ਇਟਸ ਆਲ ਨਿਊ ਫॉर ਅਸ, ਬਟ ਮੈਂ ਤੁਹਾਨੂੰ ਐਜ਼ ਆਈ ਸੈਡ ਬਿਫੋਰ ਕਿ ਸਾਨੂੰ ਮੌਕਾ ਮਿਲ ਰਿਹਾ ਐਜ਼ ਅ ਫੈਮਿਲੀ ਟੂ ਬੀ देयर ਫॉर ਈਚ ਅਦਰ ਆਲਸੋ, ਕਿਉਂਕਿ ਵਾਂਸ ਅਗੇਨ ਪਾਪਾ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ, ਤੇ ਜਿਸ ਲੈਵਲ ਤੇ ਅਸੀਂ ਕਰ ਸਕਦੇ ਹਾਂ ਮੈਚੁਰਲੀ ਐਜ਼ ਅਡਲਟਸ, ਕੋਈ ਕਿਸੇ ਨੇ ਸਾਨੂੰ ਨਹੀਂ ਇਦਾਂ ਕਿਹਾ ਗਿਆ ਕਿ ਵੀ ਤੁਸੀਂ ਬਸ ਹੁਣ ਇਹ ਕਰੋ, ਜਾਂ ਫਿਰ ਇੱਕ ਹਮੇਸ਼ਾ ਇੱਕ ਫਰੀडम ਸਾਡੇ ਘਰ ਦੀ ਇੱਕ ਚੀਜ਼ ਰਹੀ ਹੈ ਜਿਹਦੇ ਕਰਕੇ ਅਸੀਂ ਸਾਰੇ ਇੱਕ ਦੂਜੇ ਨੂੰ ਰਿਸਪੈਕਟ ਕਰਦੇ ਹਾਂ, ਠੀਕ ਹੈ। ਸੋ ਇਸ ਕਰਕੇ ਇਹ ਲੜਾਈ ਵਾਸਤੇ ਅਸੀਂ ਪ੍ਰਿਪੇਅਰਡ ਕਿੰਨੇ ਕੁ ਹੈਗੇ ਹਾਂ, ਇਹ ਰੱਬ ਨੇ ਸਾਡੇ ਖਾਤੇ ਪਾਈ ਹੈ, ਸੋ ਅਸੀਂ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਕਿੱਦਾਂ ਪ੍ਰਿਪੇਅਰ ਕਿੰਨੇ ਕੁ ਜਿਵੇਂ ਹੈਗੇ, ਤਾਂ ਹੀ ਸਾਨੂੰ ਇਹ ਚੀਜ਼ ਮਿਲੀ ਹੈ ਜੀ। ਹੁਣ ਸੇਖੋਂ ਸਾਹਿਬ ਨਾਲ ਥੋੜੀ ਰੀਸੈਂਟਲੀ ਮੁਲਾਕਾਤ ਤੁਸੀਂ ਕਰਕੇ ਆਏ ਹੋ ਜੇਲ੍ਹ 'ਚ? ਹਾਂਜੀ। ਕੀ ਉਹਨਾਂ ਨੇ ਮਤਲਬ ਕੀ ਗੱਲਬਾਤ ਆ, ਵੀ ਉੱਥੇ ਹੀ ਉਹੀ ਸਟੈਂਡ ਤੇ ਖੜੇ ਨੇ ਜਾਂ ਕੁਝ ਉਹਨਾਂ ਨੂੰ ਤੁਹਾਨੂੰ ਦੱਸਿਆ ਵੀ ਇਦਾਂ ਨਹੀਂ, ਆਪਾਂ ਨੂੰ ਇਹ ਇਦਾਂ ਲੈ ਕੇ ਲੋਕਾਂ ਦੇ ਵਿੱਚ ਜਾਣਾ ਪਊਗਾ ਸਾਰਾ ਸਿਸਟਮ? ਮਤਲਬ ਕਿ ਕਿੱਦਾਂ ਲੈ ਵੀ ਜਿਹੜੀ ਇਹ ਤੁਸੀਂ ਲੜਾਈ ਲੜ ਰਹੇ ਨੇ ਸੇਖੋਂ ਸਾਹਿਬ, ਵੀ ਤੁਹਾਨੂੰ ਉਹਨਾਂ ਨੇ ਕੁਝ ਗਾਈਡ ਕਰਿਆਗਾ ਵੀ ਇਦਾਂ ਲੈ ਕੇ, ਵੀ ਜਿਹੜੀ ਮੇਰੀ ਆਵਾਜ਼ ਆ ਤੁਸੀਂ ਇਦਾਂ ਜਾਓ, ਮਤਲਬ ਜਾਂ ਕੋਈ ਨੁੱਕੜ ਮੀਟਿੰਗਸ ਕਰੋ ਜਾਂ ਨੋ ਇਦਾਂ ਨਹੀਂ। ਮੈਨੂੰ ਸਰ ਪਹਿਲੀ ਗੱਲ ਸਾਨੂੰ ਇਹਨਾਂ ਨਹੀਂ, ਜਿੱਦਾਂ ਇਹ ਜੇਲ੍ਹ ਦਾ ਹੋਇਆ ਸੀਗਾ, ਅਰੈਸਟ ਦਾ ਹੋਇਆ, ਉਹ ਸਾਡੇ ਵਾਸਤੇ ਥੋੜਾ ਇੱਕ ਵਾਰ ਅਨਐਕਸਪੈਕਟਡ ਸੀਗਾ, ਇਹਨਾਂ ਨਹੀਂ ਪਤਾ ਸੀ ਕਿ ਕਦੋਂ ਕਿਵੇਂ ਹੋਊਗਾ, ਸੋ ਯੈਸ ਇਟ ਵਾਸ ਅ ਸ਼ੌਕ। ਤੇ ਉਸ ਤੋਂ ਬਾਅਦ ਬਹੁਤ ਮਿਨੀਮਲ ਟਾਈਮ ਮਿਲਿਆ, ਤੇ ਜਿੰਨੀ ਕੁ ਗੱਲ ਹੋਈ ਹੈ ਕਿ ਉਹ ਗੱਲ ਐਕਚੁਅਲੀ ਬਹੁਤ ਪਹਿਲਾਂ ਮੇਰੇ ਤੇ ਮੇਰੇ ਪਾਪਾ ਦੇ ਵਿੱਚ ਹੋਈ ਹੋਈ ਹੈ ਕਿ ਓਕੇ ਜੇ ਕੁਝ ਹੁੰਦਾ ਹੈ ਤਾਂ ਪਲੀਜ਼ ਡੂ ਵਾਟ ਯੂ ਕੈਨ। ਤੇ ਉਹਨਾਂ ਨੇ ਇਸ ਵਾਰ ਵੀ ਮੈਨੂੰ ਕਿਹਾ ਹੈ ਕਿ ਡੂ ਵਾਟ ਯੂ ਕੈਨ, ਡੂ ਵਾਟ ਯੋਰ ਹਾਰਟ ਸੇਜ਼। ਇੱਕ ਬਹੁਤ ਆਰਗੈਨਿਕ ਚੀਜ਼ ਹੈ, ਜਿੰਨਾ ਕਰ ਸਕਦੇ ਹੋ ਕਰੋ, ਕੋਈ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਕਿ ਯੂ ਹੈਵ ਟੂ ਆਹ ਕਹਿਣਾ ਹੈ ਤੇ ਆਹ ਕਰਨਾ ਹੈ ਤੇ ਯੂ ਹੈਵ ਟੂ ਡੂ ਦਿਸ, ਜਾਂ ਫਿਰ ਇਦਾਂ ਦੀ ਕੋਈ ਗੱਲ ਨਹੀਂ ਗੀ, ਠੀਕ ਹੈ। ਇਸ ਕਰਕੇ ਹੀ ਮੈਂ ਇਦਾਂ ਬੋਲ ਪਾ ਰਹੀ ਹਾਂ, ਠੀਕ ਹੈ, ਇਸ ਕਰਕੇ ਹੀ ਮੈਂ ਇੱਕ ਫਰੀडम ਦੇ ਨਾਲ ਤੁਹਾਡੇ ਨਾਲ ਗੱਲ ਕਰ ਪਾ ਰਹੀ ਹਾਂ, ਬਿਕੋਜ਼ ਇੱਕ ਬਹੁਤ ਜੈਨੂਇਨ ਚੀਜ਼ਾਂ ਨੇ, ਪਾਪਾ ਦੀ ਪਰਸਨਲ ਮੋਟਿਵਸ ਨਹੀਂ ਸੀਗੇ ਕਿ ਵੀ ਹਾਂਜੀ ਹੁਣ ਇਦਾਂ ਹੋਊਗਾ ਤੇ ਹੁਣ ਇਦਾਂ ਕਰੀਏ ਆਪਾਂ, ਸੋ ਉਹਨਾਂ ਨੇ ਮੈਨੂੰ ਇੱਕ ਉਸ ਤਰੀਕੇ ਨਾਲ ਕਿਹਾ ਕਿ ਜਿੱਦਾਂ ਤੈਨੂੰ ਠੀਕ ਲੱਗਦਾ ਹੈ ਤੁਸੀਂ ਇਸ ਚੀਜ਼ ਨੂੰ ਦੇਖੋ, ਠੀਕ ਹੈ। ਮੇਰੀ ਆਵਾਜ਼ ਹੈਗੀ ਹੈ, ਮੈਨੂੰ ਦਿਖ ਰਿਹਾ ਉਹਨਾਂ ਨੇ ਬਹੁਤ ਕੰਮ ਕੀਤਾ ਇਹਦੇ ਤੇ ਮੈਂ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਕਿ ਉਹ ਆਵਾਜ਼ ਜਦੋਂ ਤੱਕ ਉਹ ਬਾਹਰ ਆਣ, ਉਹ ਲੋਕਾਂ ਤੱਕ ਪਹੁੰਚਦੀ ਰਹੇ ਕਿਸੇ ਤਰ੍ਹਾਂ, ਤਾਂ ਕਿ ਉਹਨਾਂ ਦਾ ਜੋ ਇੰਨਾ ਐਫਰਟ ਕੀਤਾ ਹੈ ਉਹ ਕਿਤੇ ਗਲਤ ਮੈਸੇਜ ਨਾ ਜਾਵੇ ਕਿ ਉਹ ਬੰਦਾ ਡਰ ਗਿਆ ਹੈ ਜਾਂ ਫਿਰ ਐਨੀਥਿੰਗ ਲਾਈਕ ਦੈਟ। ਉਹ ਬਿਲਕੁਲ ਸੋਲਿਡ ਨੇ, ਹੀ ਇਜ਼ ਇਨਫੈਕਟ ਹੀ ਇਜ਼ ਗੈਟਿੰਗ ਟਾਈਮ ਟੂ ਟੇਕ ਕੇਅਰ ਆਫ ਹਿਮਸੈਲਫ, ਕਿਉਂਕਿ ਪਿਛਲੇ 5-6 ਸਾਲ ਉਹਨਾਂ ਨੇ ਬਹੁਤ ਜ਼ਿਆਦਾ ਆਪਦੀ એનર્ਜੀ ਬਾਹਰ ਕੀਤੀ ਹੋਈ ਹੈ, 24 ਘੰਟੇ ਉਹ ਇੰਟਰਵਿਊਜ਼ ਕਰ ਰਹੇ ਨੇ, ਇਹ ਕਰ ਰਹੇ ਨੇ, ਔਰ ਹੀ ਇਜ਼ ਗੈਟਿੰਗ ਟਾਈਮ ਟੂ ਰੈਸਟ, ਠੀਕ ਹੈ। ਸੋ ਇੱਕ ਨੇਚਰ ਨੇ ਆਪਣੇ ਆਪ ਉਹਨਾਂ ਨੂੰ ਬੈਲੈਂਸ ਕਰਕੇ ਉਹਨਾਂ ਨੂੰ ਇੱਕ ਮੌਕਾ ਮਿਲੂਗਾ ਬੈਟਰ ਇੱਥੋਂ ਬਾਹਰ ਨਿਕਲਣ ਦਾ, ਇਸ ਸਿਚੁਏਸ਼ਨ ਤੋਂ। ਮੇਰਾ ਲਾਸਟ ਸਵਾਲ ਆ, ਜਿਵੇਂ ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਬਹੁਤ ਸ਼ਾਨਮੱਤਾ ਗਾ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੇ ਪੁਰਖਿਆਂ ਤੋਂ ਸਾਨੂੰ ਮਿਲੀਆਂ ਗਈਆਂ। ਜਦੋਂ ਹੁਣ ਤੁਸੀਂ ਬਾਹਰ ਰਹਿ ਕੇ ਆਏ ਹੋ, ਇੱਥੇ ਆਏ ਹੋ, ਤੁਹਾਨੂੰ ਲੱਗਦਾ ਵੀ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੋਲੈਪਸ ਕਰ ਰਹੀਆਂ ਹੈਗੀਆਂ, ਜਿਵੇਂ ਡਰੱਗ ਦਾ ਇਸ਼ੂ ਆ ਜਾਂ ਹੋਰ ਗੈਂਗਸਟਰ ਜਾਂ ਗੈਂਗ ਵਾਰ ਦੇ ਵਿੱਚ ਨੌਜਵਾਨ ਮੁੰਡੇ ਮਰ ਰਹੇ, ਚਾਹੇ ਉਹ ਕਿਵੇਂ ਵੀ ਆ, ਮੁੰਡੇ ਤਾਂ ਉਹ ਪੰਜਾਬ ਦੇ ਹੀ ਆ, ਸਾਡਾ ਹੀ ਖੂਨ ਆ। ਤੁਹਾਨੂੰ ਲੱਗਦਾ ਹੈਗਾ ਵੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥੋਂ ਜਾ ਰਹੀਆਂ, ਇਹਨੂੰ ਨੌਜਵਾਨਾਂ ਨੂੰ ਸੰਭਾਲਣਾ ਪਊਗਾ? ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ। ਦਿਸ ਇਜ਼ ਵੇਅਰ ਮੈਨੂੰ ਵੀ ਇਹ ਗੱਲ ਫੀਲ ਹੁੰਦੀ ਹੈ ਆਪਦੇ ਹਾਰਟ 'ਚ ਕਿ ਓਵਰਆਲ ਜਿਵੇਂ ਮੈਂ ਆਨੀ ਹੈ, ਜਿੱਦਾਂ ਵੀ ਦੇਖਦੀ ਹਾਂ, ਹਾਲਾਤ ਵਰਸ ਹੁੰਦੇ ਨੇ, ਹੋ ਰਹੇ ਨੇ ਹੋਰ। ਤੇ ਜਿਵੇਂ ਮੈਨੂੰ ਪਤਾ ਲੱਗਦਾ ਹੈ, ਇਟਸ ਲਾਈਕ ਆਪਾਂ ਜੇ ਆਪਣੇ ਬਬਲ 'ਚ ਰਹੀਏ, ਆਪਣੇ ਵਧੀਆ ਹੈਪੀ ਬਬਲ, ਯੂਰ ਸੇਫ, ਤੁਹਾਡਾ ਵਧੀਆ ਲਾਈਫ ਸਟਾਈਲ ਹੈ, ਤੁਸੀਂ ਉਹ ਕ੍ਰੀਏਟ ਕੀਤੀ ਵੀ ਹੈ, ਤਾਂ ਤੁਹਾਨੂੰ ਚੀਜ਼ਾਂ ਦੀ ਜ਼ਿਆਦਾ ਪਤਾ ਵੀ ਨਹੀਂ ਹੁੰਦਾਗਾ, ਠੀਕ ਹੈ। ਤੁਸੀਂ ਆਪਦੇ ਲਾਈਫ ਵਿੱਚ ਬਿਜ਼ੀ ਹੁੰਦੇ ਹੋ ਉਸ ਤਰੀਕੇ ਨਾਲ ਆਪਦੇ ਸੋ ਯੈਸ, ਜਦੋਂ ਉਸ ਚੀਜ਼ ਤੋਂ ਤੁਸੀਂ ਬਾਹਰ ਨਿਕਲੋ, ਤੁਸੀਂ ਅਵੇਅਰ ਹੋਵੋ ਕਿ ਓ ਮਾਈ ਗੋਡ, ਓਕੇ ਇਹ ਚੀਜ਼ਾਂ ਹੋ ਰਹੀਆਂ ਨੇ, ਐਂਡ ਨਾਟ ਜਸਟ ਇੱਕ ਬੰਦੇ ਦੇ ਘਰੇ, ਦੂਜੇ ਬੰਦੇ ਤੇ ਹੈਪਨਿੰਗ ਔਨ ਅ ਪ੍ਰੀਟੀ ਬਿਗ ਲੈਵਲ। ਤੇ ਉਹ ਬਿਲਕੁਲ ਲੱਗਦਾ ਹੈ ਕਿ ਇੱਥੇ ਇਟਸ ਸੈਡ ਕਿ ਇੱਥੇ ਪੰਜਾਬ ਦੇ ਹਾਲਾਤ ਥੋੜੇ ਹੋਰ ਗੰਭੀਰ ਹੋ ਰਹੇ ਨੇ, ਥੋੜੇ ਹੋਰ ਡਿਫਿਕਲਟ ਹੋ ਰਹੇ ਨੇ। ਸੋ ਇਹਦਾ ਕੀ ਫਿਊਚਰ ਕੀ ਹੈ, ਕੀ ਨੌਜਵਾਨ ਜੇ ਇੰਨੇ ਜ਼ਿਆਦਾ ਡਰੱਗਸ ਵਿੱਚ ਆਪਦੇ ਆਪ ਨੂੰ ਮਤਲਬ ਖੋ ਚੁੱਕੇ ਨੇ, ਠੀਕ ਹੈ, ਤੇ ਉਸ ਦੇ ਨਾਲ ਕਿੱਦਾਂ ਦੇ ਸਵਾਲ ਆਪਾਂ ਪੰਜਾਬ ਵਿੱਚ ਕਰ ਸਕਦੇ ਹਾਂ ਹੁਣ ਕਿ ਅੱਗੇ ਫਿਊਚਰ ਕੀ ਹੈ ਆਪਣੇ ਪੰਜਾਬ ਦਾ, ਕਿੱਥੇ ਕੌਣ ਸੰਭਾਲੂਗਾ ਪੰਜਾਬ ਨੂੰ ਜੇ ਆਪਣੇ ਨੌਜਵਾਨ ਹੀ ਆਪਣੀ ਕੌਨਸ਼ੀਅਸਨੈਸ, ਆਪਣੀ ਇੰਟੈਲੀਜੈਂਸ, ਆਪਣੀ ਜੋ એનર્ਜੀ ਹੈਗੀ ਉਹ ਕਿਤੇ ਹੋਰ ਜਾ ਰਹੀ ਹੈ ਹੁਣ ਤੁਹਾਡੀ, ਹੈ ਨਾ, ਤਾਂ ਫਿਰ ਕੌਣ ਇਸ ਚੀਜ਼ ਨੂੰ ਕੌਣ ਸੰਭਾਲੇਗਾ, ਕੌਣ ਜ਼ਿੰਮੇਵਾਰੀ ਲਏਗਾ ਇਹਨਾਂ ਚੀਜ਼ਾਂ ਦੀ। ਤੇ ਦਿਖ ਰਹੇ ਮਤਲਬ ਪੰਜਾਬ ਦੇ ਹਾਲਾਤ ਜਿਵੇਂ ਆਈਦਾ ਹੈ ਕਿ ਹਮੇਸ਼ਾ ਪੋਲਿਊਸ਼ਨ ਵਧੀ ਹੋਈ ਹੈ, ਪੋਪੂਲੇਸ਼ਨ ਵਧੀ ਹੋਈ ਹੈ, ਪਤਾ ਨਹੀਂ ਐਵਰੀਵੇਅਰ ਦਿਸ
ਇੰਨਾ ਕਮੋਸ਼ਨ ਲੱਗਦੀ ਹੈ ਇੱਦਾਂ ਕਿਤੇ ਨਾ ਕਿਤੇ ਸ਼ੋਰ ਡਿਵੈਲਪਮੈਂਟ ਹੋ ਰਹੀ ਹੋਗੀ। ਮੈਂ ਇਹ ਨਹੀਂ ਕਹੂੰਗੀ, ਮੈਂ ਵੀ ਇੰਨੀ ਡਿਟੇਲਸ ਵਿੱਚ ਨਹੀਂ ਹੈਗੀ ਕਿ ਕਿੱਥੋਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਬਟ ਇਹ ਡਰੱਗਸ ਦਾ ਮਾਮਲਾ ਡੈਫੀਨਿਟਲੀ ਜੋ ਸੁਣਿਆ ਹੈਗਾ ਕਿ ਇੱਕ ਬਹੁਤ ਡੀਪ ਲੈਵਲ ਤੇ ਪੰਜਾਬ ਨੂੰ ਤੰਗ ਕਰ ਰਿਹਾ ਹੈਗਾ। ਜੀ ਸ਼ੁਭਰੀਤ ਜੀ, ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।